शुरू अल्लाह के नाम से जो बड़ा मेहरबान और निहायत रहम करने वाला है। जी नाज़रीन, आप देख रहे हैं प्रोग्राम लाहौर पूछता है और मैं हूं तलहा नवीद। आज एक बड़ी अजीब सी कहानी आपके सामने लेके आया हूं। ये खतून जो मेरे साथ बैठी है, जमीला बीबी इसका नाम है, और ये मुबैना तौर पर इल्जाम लगाती है कि मैं पंजाब पुलिस के कुछ साथियों के साथ मिलके मंशियात बेचती थी, उनका नशा बेचा करती थी। और ये जो उनकी बेटी है, 10 दिन तक इसको भी थाना हंजरवाल में यरगमाल बना के रखा जाता है। क्या इनके इल्जामात दुरुस्त हैं या झूठ पर मबनी है? हकाइक इनसे जानने की कोशिश करते हैं। सबसे पहले तो मैं जमीला बीबी की तरफ जाता हूँ। जमीला बीबी, की हाल है? ए माइक फाड़ लो। अल्लाह दा शुक्र है। शुक्र है अल्लाह दा। हाँ जी। नशा बेच देसी? हाँ जी, बेच केड़ा देसी। केड़ा नशा बेच देसी? पाउडर, बटन बैट। सिर्फ पाउडर बेच देसी? हाँ, पाउडर सिर्फ। उस तो इलावा चर्च, शराब? नहीं पाउडर। कितना अरसा पहले बेच देसी? आज तो 5 साल पहले। 5 साल पहले बेच हाँ, देसी? 5 साल हो गए छड्डे कित्थों आंदा सी नशा ਤੁਹਾਡੇ ਕੋਲ? नशा मैं काम करदी सी, कोठी खाना करांदी सी ते कोठी खाने च मेरे ते रेट कीती लिया सिंधु ने। ਉਹ ਇਸ ਟਾਈਮ ਇੱਥੇ ਲੱਗਾ ਹੋਇਆ ਆਪਣੇ ਇਚਰੇ ਥਾਣੇ 'ਚ। ਇਹਨੇ ਲਿਆ ਸਿੰਧੂ ਨੇ ਰੇਟ ਕੀਤੀ ਤੇ ਉਹ ਮੇਰੇ ਲੈ ਗਿਆ ਜੀ ਆਦਾ ਆਪਣੇ ਨਾ ਇਹ ਤੂੰ ਆ ਕੰਮ ਕਰਦੀ ਹੈ ਤੇ ਇਹ ਹੈ ਤੇ ਉਹ ਹੈ। ਉਹਨੇ ਮੈਨੂੰ ਚੁੱਕਿਆ ਤੇ ਉਹ ਬਸ ਕਿਸੇ ਨੇ ਰੇਟ ਕਰਾਈ ਤੇ ਉਹਨੇ ਚੁੱਕਿਆ ਤੇ ਮੇਰੀ ਉਸ ਕੋਠੀ ਖਾਨੇ ਤੂੰ ਮੇਰਾ ਵਿੱਚ ਇੱਕ ਭਾਈ ਬਣ ਗਿਆ। ਉਹ ਭਾਈ ਬਣ ਗਿਆ ਤੇ ਉਹ ਆਦਾ ਬਜੀਆ ਕੰਮ ਨੂੰ। ਕੌਣ ਭਾਈ ਕੌਣ ਬਣ ਗਿਆ? ਆਂਬਰ ਸੀ। ਆਮਰ ਕੀ ਕੰਮ ਕਰਦਾ ਸੀ? ਉਹ ਪੁਲਿਸ ਵਿੱਚ ਹੀ ਸੀ ਆਪਣੇ ਪੁਲਿਸ ਮੁਲਾਜ਼ਮ ਭਰਾ ਬਣਾ ਲਿਆ ਤੁਸੀਂ? ਹਾਂ, ਅੱਛਾ, ਹਵਾਲਦਾਰ ਸੀ। ਉਹ ਨਾ ਆਪਣੇ ਮੇਰਾ ਭਾਈ ਬਣ ਗਿਆ। ਉਹਨੇ ਕਿਹਾ ਆਪਣਾ ਵੀ ਤੂੰ ਵੀ ਸਹੀ ਹੋ ਜਾਏਂਗੀ, ਮੈਂ ਵੀ ਸਹੀ ਹੋ ਜਾਵਾਂਗਾ ਤੇ ਇਹ ਦਫਾ ਕਰ ਤੇ ਆਹ ਕੰਮ ਸ਼ੁਰੂ ਕਰ। ਉਹ ਜਿਹੜੀ ਕੁੜੀ ਮੇਰੇ ਕੰਮ ਕੀ ਸ਼ੁਰੂ ਕਰ? ਨਸ਼ਾ ਵੇਚ? ਹਾਂ, ਉਹ ਜਿਹੜੀ ਕੁੜੀ ਫੌਤ ਹੋਈ ਹੈ ਨਾ, ਸਾਰਾ ਮਾਲ ਉਹਨਾਂ ਦਾ ਪਿੱਛੂ ਆਉਂਦਾ ਸੀ। ਮੇਰੀ ਮਾਜ਼ਰਤ ਨਾਲ ਗੱਲ ਸੁਣਨਾ ਜੀ। ਬੇਟੀਆਂ ਸੀ ਉਦੋਂ ਜਦੋਂ ਤੁਸੀਂ ਕੋਠੀ ਖਾਨਾ ਚਲਾਉਂਦੇ ਸਨ? ਬਕੋਲ ਤੁਹਾਡੇ? ਹਾਂ, ਮੇਰੇ ਬੱਚੇ ਉਸ ਦਰਮਿਆਨ ਵਿੱਚ ਮੇਰੇ ਬੱਚੇ ਸਾਈਡ ਤੇ ਸਨ। ਮੈਂ ਬੱਚੇ ਕੇਸ ਕਰਕੇ ਲਾਇਆ ਸੀ। ਮੇਰੇ ਬੱਚੇ ਮੇਰੇ ਕੋਲ ਨਹੀਂ ਸੀ। ਕਦੀ ਜ਼ਿਹਨ 'ਚ ਖਿਆਲ ਨਹੀਂ ਆਇਆ, ਕਦੀ ਸ਼ਰਮ ਨਹੀਂ ਆਈ ਕਿ ਮੇਰੀ ਬੇਟੀਆਂ ਨੇ? ਮੈਂ ਬੱਚੇ ਆਪਣੇ ਸਾਹਮਣੇ ਰੱਖੇ ਹੀ ਨਹੀਂ। ਮੈਂ ਬਾਹ ਜਾਤੀ ਵਾਲਾ ਕੰਮ ਕਰਨੀ ਹੈ ਸਰ, ਮੈਂ ਬੱਚੇ ਕੋਲ ਰੱਖੇ ਹੀ ਨਹੀਂ ਨੇ। ਮੇਰੇ ਬੱਚੇ ਲਹਿਦਾ ਨੇ। ਬੇਟੀਆਂ ਨੇ ਨਾ, ਤੇ ਮੈਂ ਬੇਟੀਆਂ ਨੂੰ ਸਾਹਮਣੇ ਰੱਖਿਆ ਹੀ ਨਹੀਂ। ਬੇਟੀਆਂ ਨੂੰ ਰੱਖਿਆ ਹੀ ਨਹੀਂ। ਇਸ ਟਾਈਮ ਵੀ ਮੇਰਾ ਘਰ ਹੈ ਨਾ, ਬੱਚਿਆਂ ਦੇ ਲਹਿਦਾ ਕਮਰੇ ਨੇ। ਮੇਰੇ ਕਮਰੇ 'ਚ ਮੇਰੇ ਬੱਚਿਆਂ ਨੇ ਨਹੀਂ ਆਣਾ। ਤੁਸੀਂ ਕਿਹਾ ਜੀ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਮੇਰੇ ਨਾਲ ਸਨ, ਉਹਨਾਂ ਦਾ ਨਸ਼ਾ ਵੇਚਦੀ ਸੀ। ਹਾਂ, ਕੋਈ ਸਬੂਤ ਹੈਗਾ? ਸਬੂਤ ਆਈਏ ਤੇ ਦੱਸਦੀ ਪਈਆਂ ਵੀ ਮੈਂ ਪੁਲਿਸ ਵਾਲਿਆਂ ਦਾ ਵੇਚਦੀ ਰਹੀ ਆ। ਪੂਰੇ ਥਾਣਿਆਂ ਦਾ ਸੀ। ਤੁਸੀਂ ਨਾ ਮੰਨੋ, ਤੁਸੀਂ ਆਂਬਰ ਦਾ ਵੇਚਦੇ ਜੇ। ਸਾਰਾ ਥਾਣਾ ਉਹ ਅੰਜਰਵਾਲ ਦਾ ਦੇ ਸੀ। ਤੁਸੀਂ ਨਸ਼ਾ ਵੇਚਦੇ ਸੀ ਨਾ? ਤੁਹਾਡੇ ਕੋਲ ਨਸ਼ਾ ਆਂਦਾ ਕਿਵੇਂ ਕਹਿੰਦੇ ਸੀ? ਤੁਹਾਨੂੰ ਨਸ਼ਾ ਦੇ ਕੇ ਕੌਣ ਜਾਂਦਾ ਸੀ? ਆਂਦਾ ਸੀ ਆਪਣੇ ਉਹ ਹੈਗਾ ਵਿਕਾਸ ਬਾਲਾ, ਉੱਥੇ ਮੇਰੇ ਘਰ ਦੇ ਕੋਲ ਹੀ ਘਰ ਹੈ ਵਿਕਾਸ ਬਾਲਾ, ਉਹ ਦੇ ਕੇ ਜਾਂਦਾ ਸੀ। ਤੇ ਤੁਸੀਂ ਅੱਗੇ ਲੋਕਾਂ ਨੂੰ ਵੇਚਦੇ ਸੋ? ਪਾਊਡਰ ਵੇਚਦੇ ਸੋ? ਕਦੀ ਜ਼ਿਹਨ 'ਚ ਖਿਆਲ ਨਹੀਂ ਆਇਆ ਮੈਂ ਇੱਕ ਔਰਤ ਹਾਂ ਤੇ ਕਦੀ ਮੇਰੀ ਗੱਲ ਸੁਣੋ ਨਾ, ਕਦੀ ਖਿਆਲ ਨਹੀਂ ਆਇਆ ਕਿ ਮੈਂ ਕਿੰਨੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਤੀ ਹੈ? ਮੈਂ ਮਾਂ ਵੀ ਹਾਂ, ਮੈਂ ਕਿਸੇ ਦੀ ਧੀ ਵੀ ਹਾਂ, ਮੈਂ ਕਿਸੇ ਦੀ ਭੈਣ ਵੀ ਹਾਂ। ਕਦੀ ਜ਼ਿਹਨ 'ਚ ਖਿਆਲ ਨਹੀਂ ਆਇਆ? ਤੇ ਮੈਂ ਜ਼ਿੰਦਗੀ ਬੱਚਿਆਂ ਦੀ, ਮੈਂ ਬੱਚਿਆਂ ਨੂੰ ਫੜ ਕੇ ਲਾਇਆ ਸੀ। ਉਹ ਪਹਿਲੇ ਪੀਂਦੇ ਹੀ ਮੇਰੇ ਕੋਲ ਆਏ ਸੀ। ਮੈਂ ਕੱਲੀ ਉੱਥੇ ਥੋੜਾ ਵੇਚਦੀ ਆ। ਉੱਥੇ ਅੰਜਰਵਾਲ ਵਿੱਚ ਠੋਕਰ ਤੇ 101 ਬੰਦਾ, ਇੱਕ ਬਿੱਲਾ ਉੱਥੇ ਵੇਚਦਾ, ਉੱਥੇ 101 ਮਨਸ਼ਿਆਦ ਵੇਚਦਾ ਕਿ ਮੈਂ ਵੇਚਦੀ ਰਹੀ। ਮੈਂ ਤੇ ਸਾਲ ਵੇਚੀ, 2 ਸਾਲ ਵੇਚੀ। ਇਸ ਤੋਂ ਬਾਅਦ ਮੂੰਹ ਤੇ ਇੱਕ ਚਪੇੜ ਮਾਰੇਗਾ, ਤੁਸੀਂ ਆਪਣੇ ਮੂੰਹ ਤੇ 2 ਚਪੇੜਾਂ ਮਾਰ ਲੋਗੇ? ਮੇਰਾ ਇੰਤਜ਼ਾਮ ਹੀ ਨਹੀਂ ਸੀ। ਬਸ ਆਪਣਾ ਮੇਰੇ ਬੱਚੇ ਸੀ, ਮੇਰੇ ਕੋਲ ਕੋਈ ਐਸਾ ਵਸਾਇਲ ਹੀ ਨਹੀਂ ਸੀ। ਮੇਰੀ ਮਜਬੂਰੀ ਸੀ, ਮੈਂ ਕੀਤਾ ਸੀ। ਅੱਛਾ, ਮਜਬੂਰੀ 'ਚ? ਹਾਂ, ਮੇਰਾ ਕੋਈ ਗਲਤ ਕੰਮ ਸ਼ੁਰੂ ਕਰ ਲੋਗੇ? ਬਸ ਬੰਦਾ ਜਦੋਂ ਕਮਾਉਣ ਵਾਲਾ ਨਾ ਹੋਵੇ, ਬੰਦਾ ਬੜੇ ਗਲਤ ਕਦਮ ਚੁੱਕ ਲੈਂਦਾ। ਬਸ ਮੈਂ ਗਲਤ ਕਦਮ ਚੁੱਕ ਲਿਆ। ਬੇਟੀਆਂ ਨੇ ਨਾ? ਇਹ ਬੇਟੀ ਹੈ ਨਾ? ਹਾਂਜੀ, ਬੇਟੀਆਂ ਨੇ। ਇਹ ਨੋ ਨੇ? ਹਾਂ। ਤੇ ਮੈਂ ਜਦੋਂ ਗੱਲ ਤਾਂ ਸੁਣੋ ਨਾ, ਮੈਂ ਜਦੋਂ ਕੀਤਾ ਮੇਰੇ ਬੱਚੇ ਮੇਰੇ ਕੋਲ ਹੈ ਹੀ ਨਹੀਂ ਸਨ। ਮੇਰਾ ਬੇਟਾ ਬੱਚੇ ਕੋਲ ਨੇ? ਹਾਂ, ਹੁਣ ਮੇਰੇ ਤੇ ਮੈਨੂੰ 5 ਸਾਲ ਆਂਦਾ ਨਹੀਂ, ਖਿਆਲ ਨਹੀਂ ਆਂਦਾ ਕਿ ਮੇਰੀ ਗਲਤੀਆਂ ਦੀ ਸਜ਼ਾ ਮੇਰੀ ਬੇਟੀ ਨੂੰ ਮਿਲਦੀ ਪਈ ਹੈ, ਮੇਰੀ ਗਲਤੀਆਂ ਦੀ ਸਜ਼ਾ ਮੇਰੀ ਨੂੰਹ ਨੂੰ ਮਿਲਦੀ ਪਈ ਹੈ। ਮੇਰੀ ਬੇਟੀ ਨੂੰ ਕਿਉਂ ਸਜ਼ਾ ਮਿਲਦੀ ਪਈ? ਅੱਲਾ ਦੀ ਤਰਫੋਂ। ਉਹ ਠੀਕ ਹੈ, ਮੇਰੀ ਬੇਟੀ ਬਣੀ ਹੋਈ ਸੀ ਜਿਹੜੀ ਮੇਰੇ ਘਰ ਕੁੜੀ ਫੌਤ ਹੋਈ ਹੈ। ਮੇਰੀ ਬੇਟੀ ਬਣੀ ਹੋਈ ਸੀ ਤੇ ਮੈਨੂੰ ਨਹੀਂ ਪਤਾ ਸੀ। ਸਾਡੇ ਸਾਹਮਣੇ ਨਹੀਂ ਉਹਨੇ ਨਸ਼ਾ ਨੁਸ਼ਾ ਪੀਤਾ। ਉਹਨੇ ਅੱਗੇ ਵੀ ਆਪਣੇ ਬੰਦੇ ਨਾਲ ਲੜ ਕੇ
ਨਸ਼ਾ ਪੀਤਾ ਤੇ ਉਸ ਤੋਂ ਬਾਅਦ ਉਹਦੇ ਆਪਣੇ ਉਹ ਜਨਾਹ ਵਿੱਚ ਉਹਦੇ ਮੇਦਾ ਵਾਸ਼ ਹੋਇਆ, ਉਦੋਂ ਇਹ ਬਚ ਕੁੜੀ ਗਈ। ਜਿਹਦੀ ਗੱਲ ਕਰਦੇ ਪਏ ਇਹਦੀ ਹਾਂ। ਕਹਾਣੀ ਜ਼ਰਾ ਮੈਨੂੰ ਸ਼ੁਰੂ ਤੋਂ ਦੱਸੋ। ਇਹ ਮੇਰਾ ਭਾਈ ਬਣਿਆ ਹੋਇਆ ਸੀ ਪੁਲਿਸ ਵਾਲਾ, ਅੱਛਾ, ਤੇ ਇਹ ਜਿਹੜੀ ਕੁੜੀ ਸੀ ਇਹ ਮਨਸ਼ਿਆਦ ਵੇਚਣ ਕੋਈ ਵਾਲੀ ਅਮਰ ਸੀ। ਜੀ ਦਾ ਪੁਲਿਸ ਵਾਲਾ? ਹਾਂ, ਇਹ ਮਨਸ਼ਿਆਦ ਵੇਚਣ ਵਾਲੀ ਕੁੜੀ ਸੀ ਉਹਨਾਂ ਦੀ। ਇਸ ਕੁੜੀ ਦਾ ਪਿਓ ਵੀ ਜੇਲ੍ਹ ਵਿੱਚ ਹੀ ਫੌਤ ਹੋ ਗਿਆ, ਉਹਨੂੰ ਅੱਛੂ ਕਾਣਾ ਆਖਦੇ ਸੀ। ਪਿਓ ਵੀ ਜੇਲ੍ਹ ਵਿੱਚ ਫੌਤ ਹੋ ਗਿਆ, ਮਾਂ ਵੀ ਫੌਤ ਹੋ ਗਈ, ਭਾਈ ਵੀ ਫੌਤ ਹੋ ਗਿਆ। ਇਹ ਜਿਹੜੀ ਕੁੜੀ ਸੀ ਇਹ ਬਸ ਸੜਕਾਂ ਤੇ ਧੱਕੇ ਖਾਂਦੀ ਸੀ ਤੇ ਇਹ ਰੇਟਾਂ ਰੂਟਾਂ ਕਰਦੇ ਸਨ ਪੁਲਿਸ ਵਾਲੇ। ਇਹਦਾ ਅੰਬਰ ਨਾਲ ਪਿਆਰ ਹੋ ਗਿਆ। ਕੀ ਨਾਂ ਸੀ ਕੁੜੀ ਦਾ? ਸ਼ਮੈਲਾ। ਸ਼ਮੈਲਾ। ਅੱਛਾ, ਤੇ ਫਿਰ ਉਹ ਇਹ ਪੁਲਿਸ ਵਾਲੇ ਨਾਲ ਪਿਆਰ ਹੋ ਗਿਆ? ਪਿਆਰ ਹੋ ਗਿਆ। ਇਹ ਆਪਣੇ ਬਾਜ਼ੂਆਂ ਨੂੰ ਕੱਟ ਕੁੱਟ ਮਾਰੇ। ਉਦੋਂ ਪਹਿਲੀ ਦਫਾ ਮੈਂ ਜੇਲ੍ਹ ਗਈਆਂ, ਮਰੀਮ ਨਵਾਜ਼ ਤੇ ਨਵਾਜ਼ ਸ਼ਰੀਫ ਅੰਦਰ ਸੀ ਉਦੋਂ। ਤੇ ਇਹਨੇ ਅੰਬਰ ਨੇ ਕਿਹਾ ਜਿੰਨਾ ਚਿਰ ਮੇਰੀ ਬਾਜੀ ਨਾ ਆਈ ਤੇ ਮੈਂ ਨਹੀਂ ਨਿਕਾਹ ਕਰਨਾ, ਮੇਰੀ ਭੈਣ ਨਹੀਂ ਕਰਨਾ। ਮੈਂ ਜਦੋਂ ਜੇਲ੍ਹੋਂ ਆਈ ਆ ਤੇ ਮੈਂ ਤੁਸੀਂ ਜੇਲ੍ਹ ਰਹੇ ਹੋ? ਹਾਂ। ਉਹਨੇ ਮੈਂ ਆ ਕੇ ਇਹਦਾ ਅੰਬਰ ਦਾ ਨਿਕਾਹ ਕਰਾਇਆ ਉਸ ਕੁੜੀ ਦਾ। ਉਹ ਕੁੜੀ ਦੀ ਮਾਂ ਵੀ ਮੈਂ, ਭੈਣ ਵੀ ਮੈਂ, ਸਭ ਕੁਛ ਮੈਂ ਹੀ ਹੁੰਦੀ ਸੀ। ਤੇ ਉਹਨਾਂ ਦੀ ਆਪਸ ਵਿੱਚ ਇੱਕ ਦੋ ਵਾਰੀ ਅੱਗੇ ਵੀ ਉਹਦਾ ਹੰਬਲ ਉਹਨਾਂ ਨੇ ਆਪ ਜਾਇਆ ਕਰਵਾਇਆ। ਉਹ ਸ਼ਾਦੀशुदा ਸੀ, ਉਹਦੇ ਘਰ ਬੱਚੇ ਨੇ, ਬੀਵੀ ਏ, ਪੱਤੋ ਤੇ ਬੱਚੇ ਨੇ, 3 ਬੇਟੇ ਨੇ, 2 ਬੇਟੀਆਂ ਨੇ, 5 ਬੱਚੇ ਨੇ ਉਹਦੇ। ਤੇ ਉਹਨੇ ਕਿਹਾ ਵੀ ਮੈਂ ਬੱਚਾ ਨਹੀਂ ਲੈਣਾ। ਉਹਨੂੰ ਬੱਚਾ ਹੋਣ ਵਾਲਾ 2-3 ਵਾਰੀ ਤੇ ਮੇਰੀ ਮੈਂ ਘਰ ਨਹੀਂ ਸੀ ਤੇ ਉਹਨੇ ਫੋਨ ਕੀਤਾ ਮੇਰੀ ਬੇਟੀ ਨੂੰ ਵੀ ਉਮਰ ਰਿਮਸ਼ਾ ਮੇਰੀ ਜਵਾਈ ਨੂੰ ਇਹਨੂੰ ਲੈ ਕੇ ਜਾ ਤੇ ਇਹਨੂੰ ਨਾ ਇਹਦਾ ਅਬੋਰਸ਼ਨ ਕਰਾ ਕੇ ਲਿਆਵੋ। ਉਹ ਲੈ ਕੇ ਗਿਆ ਜਿਨ੍ਹਾਂ ਵਿੱਚ ਉਹਦਾ ਬੱਚਾ ਜ਼ਾਇਆ ਕਰਾ ਕੇ ਲਿਆਏ। ਮੇਰੀ ਬੇਟੀ ਕੁਆਰੀ ਲੈ ਕੇ ਗਈ ਤੇ ਕਰਾ ਕੇ ਲੈਣ। ਇਹਨਾਂ ਚੀਜ਼ਾਂ ਤੋਂ ਉਹਨਾਂ ਦੀਆਂ ਲੜਾਈਆਂ ਹੁੰਦੀਆਂ ਸੀ ਵੀ ਮੈਂ ਬਾਜੀ ਇਕੱਲੀ ਹੈਗੀਆਂ, ਚਲੋ ਮੇਰੀ ਰੌਣਕ ਬਣ ਜਾਏਗੀ। ਤੇ ਅੰਬਰ ਨੇ ਬੱਚਾ ਨਹੀਂ, ਮੈਨੂੰ ਉਹਨੇ ਕਿਹਾ ਮੈਂ ਰੱਖਣਾ ਹੀ ਤਾਂ ਹੈ, ਤੂੰ ਜੇ ਬੱਚਾ ਜ਼ਾਇਆ ਕਰਾਇਆ। ਅੱਛਾ, ਆਮਰ ਦਾ ਹਾਂ ਤੇ ਸ਼ਮੈਲਾ ਦਾ ਤੁਸੀਂ ਨਿਕਾਹ ਕਰਵਾਤਾ? ਹਾਂ। ਨਿਕਾਹ ਕਰਵਾਉਣ ਤੋਂ ਬਾਅਦ ਇਹਨਾਂ ਦੇ ਆਪਸ ਤਾਲੁਕਾਤ ਸਹੀ ਨਹੀਂ ਸੀ? ਹਾਂ ਵੀ ਇਹਨਾਂ ਚੀਜ਼ਾਂ ਤੋਂ ਹੀ ਉਹਨਾਂ ਦੇ ਘਰੇਲੂ ਹੀ ਲੜਾਈਆਂ ਹੁੰਦੀਆਂ ਸੀ। ਬੱਚੇ ਦੀ ਵਜ੍ਹਾ ਤੋਂ? ਬੱਚੇ ਦੀ ਵਜ੍ਹਾ ਤੋਂ। ਆਮਰ ਬੱਚਾ ਨਹੀਂ ਚਾਹੁੰਦਾ ਸੀ? ਨਹੀਂ, ਉਹਨੂੰ ਬੱਚਾ ਨਹੀਂ ਚਾਹੁੰਦਾ ਸੀ। ਆਮਰ ਬੱਚਾ ਨਹੀਂ ਚਾਹੁੰਦਾ ਸੀ? ਜਿਹੜਾ ਪੰਜਾਬ ਪੁਲਿਸ ਦਾ ਮੁਲਾਜ਼ਮ ਆਮਰ ਸੀ ਉਹ ਬੱਚਾ ਨਹੀਂ ਚਾਹੁੰਦਾ ਸੀ? ਤੇ ਸ਼ਮੈਲਾ ਕੀ ਕਹਿੰਦੀ ਸੀ? ਬੱਚਾ ਮੈਂ ਲੈਣਾ ਹੈ। ਠੀਕ ਹੈ। ਤੇ ਹਾਂ, ਆਮਰ ਦਾ ਪਹਿਲਾ ਵਿਆਹ ਸੀ ਕਿ ਦੂਜਾ ਵਿਆਹ ਸੀ? ਉਹਦੇ ਘਰ ਬੱਚੇ, ਉਹਦੇ ਮਾਸ਼ਾਅੱਲਾ ਬੱਚੇ ਨੇ, ਬੀਵੀ ਨੇ, ਪੱਤੋ ਨੇ, ਉਹਦਾ ਘਰ ਵੀ ਮੈਂ ਵੇਖਿਆ ਹੋਇਆ। ਅੱਛਾ, ਤੇ ਆਮਰ ਦੀ ਬੁੱਢੀ ਨੂੰ ਪਤਾ ਸੀ ਇਹਨੇ ਦੂਜਾ ਵਿਆਹ ਕੀਤਾ? ਉਹਦੀ ਬੁੱਢੀ ਨੂੰ ਵੀ ਪਤਾ ਸੀ? ਹਾਂ, ਪਤਾ ਹੈ। ਉਹਦੀ ਬੁੱਢੀ ਦੀ ਤੇ ਉਹਦੀ ਕਈ ਵਾਰੀ ਗੱਲ ਵੀ ਹੋਈ। ਉਹ ਸ਼ਮੈਲਾ ਜਿਹੜੀ ਉਹ ਰੋਂਦੀ ਸੀ, ਉਹ ਆਦੀ ਸੀ ਚੱਲ ਨੀ ਕੰਮਣ ਆਣੀਏ ਫਲਾਣੀਆਂ ਢੀਂਗੜੀਏ। ਉਹਨੇ ਕਿਹਾ ਮੇਰੀ ਵਜ੍ਹਾ ਨਾਲ ਸਭ ਕੁਛ ਅੰਬਰ ਨੂੰ ਮਿਲਿਆ। ਸ਼ਮੈਲਾ ਨੇ ਤਲਾਕ ਕਿਉਂ ਲਿੱਤੀ ਆਮਰ ਕੋਲੋਂ? ਤਲਾਕ ਕਦੋਂ ਲਿੱਤੀ ਏ? ਤਲਾਕ ਨਹੀਂ ਦਿੱਤੀ? ਨਹੀਂ, ਤਲਾਕ ਕਦੋਂ ਹੋਈ ਏ? ਵੈਸੇ ਲੜ ਕੇ ਤੇ ਉਹਨੂੰ ਇਹਨੇ ਕੱਢਿਆ ਵੀ ਅੱਗੇ ਵੀ ਲੜ ਕੇ ਇਹਨੇ ਨਾ ਦੀਆਂ ਭੈਣਾਂ ਰਹਿੰਦੀਆਂ ਨੇ ਇੱਧਰ ਸ਼ੇਹੂਪੁਰੇ ਘੱਲ ਦਿੱਤਾ ਸੀ। ਤੇ ਹੁਣ ਵੀ ਕਿਧਰੇ ਉਹ ਵਿਚਾਰੀ ਫਿਰਦੀ ਟੁਰਦੀ ਹਟ ਕੇ ਫਿਰ ਮੇਰੇ ਕੋਲ ਆਈ, ਮੈਨੂੰ ਆਦੀ ਬਾਜੀ ਮੈਂ ਲੜ ਕੇ ਆ ਗਈ ਆ। ਸਾਨੂੰ ਨਹੀਂ ਪਤਾ ਸੀ ਵੀ ਮਹੀਨਾ ਹੋ ਗਿਆ, 1.5 ਹੋ ਗਿਆ, ਕਦੋਂ ਦੀ ਉਹ ਵਿਚਾਰੀ ਆਸੇ ਪਾਸੇ ਕਦੀ ਉਹਦੇ ਬੂਹੇ ਤੇ ਕਦੀ ਉਹਦੇ ਬੂਹੇ ਤੇ ਲੱਗੀ ਫਿਰੀ ਆਈ ਏ। ਮੈਨੂੰ ਤੇ ਸ਼ਾਮ ਦਾ ਟਾਈਮ 9 ਰਾਤ ਦੇ 9 ਵਜੇ ਹੋਏ ਸੀ ਤੇ ਮੈਨੂੰ ਆਦੀ ਮੈਨੂੰ ਬਾਜੀ ਇਹਨੂੰ ਕਾਕੂ ਨੇ ਕਿਹਾ ਮੈਨੂੰ ਨਾ ਮੇਰੇ ਬੇਟੇ ਦਾ ਨਾਂ ਸ਼ਹਜ਼ਾਦ ਅਲੀ ਹੈ ਤੇ ਉਹਨੂੰ ਛੋਟੇ ਹੁੰਦੇ ਕਾਕਾ ਕਾਕਾ ਤੇ ਉਹ ਕਾਕੂ ਵੀ ਪੱਕ ਗਿਆ। ਆਂਦੀ ਇਹ ਕਾਕੂ ਨੂੰ ਕਿਹਾ ਮੈਨੂੰ ਨਾ ਬਾਈਪਾਸ ਤੇ ਲਾ ਆਵੇ। ਮੈਂ ਕਿਹਾ ਸ਼ਾਲਾ ਤੂੰ ਅੱਧੀ ਰਾਤੀ ਜਾਣਾ? ਮੈਂ ਕਿਹਾ ਸੁਬਾਹ ਮੈਂ ਭਾਈ ਅੰਬਰ ਨੂੰ ਫੋਨ ਕਰਾਂਗੀ, ਤੁਹਾਡੀ ਸੁਲਾ ਕਰਾ ਕੇ ਘਰ ਘੱਲਾਂਗੀ। ਆਂਦੀ ਠੀਕ ਏ। ਲੈ ਮੇਰੀਆਂ ਨਾ ਬੇਟੀਆਂ ਆਪਣੇ ਸ਼ਾਦੀशुदा ਨੇ। ਆ ਮੇਰੀ ਬੇਟੀ ਉੱਥੇ ਆਪਣੀ ਭੈਣ ਕੋਲ ਉੱਥੇ ਰਹਿੰਦੀ ਸੀ ਲੁਹਾਰਾਂ ਵਾਲੇ ਖੂਹ ਤੇ ਇਹਦਾ ਕਮਰਾ, ਇਹਨਾਂ ਦਾ ਜਿਹੜਾ ਕਮਰਾ ਕੱਲਾ ਹੀ ਏ। ਤੇ ਇੱਕ ਕਮਰੇ 'ਚ ਮੇਰੇ ਨੂੰਹ ਤੇ ਪੁੱਤਰ ਹੁੰਦੇ ਨੇ, ਮੇਰਾ ਕਮਰਾ ਥੱਲੇ ਤੇ ਰਹਿਸ਼ ਉੱਤੇ ਸਾਡੀ। ਉਹ ਨਾ ਜਾ ਕੇ ਇਹਨਾਂ ਦੇ ਕਮਰੇ 'ਚ ਆਉਂਦੀ ਸੀ ਨਾ ਤੇ ਇਹਨਾਂ ਦੇ ਕਮਰੇ 'ਚ ਸੌਂ ਜਾਂਦੀ ਸੀ। ਇਹਦੇ ਕਮਰੇ 'ਚ ਰਾਤੀ ਇਹਨਾਂ ਦੇ ਕਮਰੇ 'ਚ ਪਈ ਹੋਈਏ ਤੇ ਅਜ਼ਾਨਾਂ ਦਾ ਟਾਈਮ ਹੋਇਆ ਨਾ ਤੇ ਉਹਨੂੰ ਉਹਦੇ ਮੂੰਹ 'ਚ ਨਾ ਝੱਗ ਆਉਂਦੀ ਪਈ ਏ ਤੇ ਉਂਗਦੀ ਪਈ ਏ। ਤੇ ਨਾ ਮੇਰਾ ਨਾ ਜੇਠ ਦਾ ਮੁੰਡਾ ਉੱਠਿਆ ਹੈਗਾ ਤੇ ਉਹਨੇ ਮੈਨੂੰ ਜਾ ਕੇ ਥੱਲੇ ਜਾ ਕੇ ਠਾਇਆ। ਉਹਨੇ ਪਹਿਲੇ ਮੇਰੇ ਬੇਟੇ ਨੂੰ ਠਾਇਆ, ਸ਼ਹਜ਼ਾਦ ਨੂੰ, ਮੇਰੀ ਨੂੰਹ ਨੂੰ ਠਾਇਆ। ਉਹਨੇ ਕਿਹਾ ਸ਼ਮੈਲਾ ਗਰਮੀ 'ਚ ਸੀ ਤੇ ਬੂਹੇ ਖੁੱਲੇ ਹੀ ਹੁੰਦੇ ਨੇ। ਉਹਨੇ ਕਿਹਾ ਸ਼ੈਲਾ ਨੂੰ ਕੀ ਹੋਇਆ ਖਲੋਤਾ ਜੇ? ਉਹ ਉਂਗਦੀ ਪਈ ਏ। ਉਹ ਵੇਖਿਆ ਤੇ ਮੂੰਹ 'ਚ ਝੱਗ ਆਉਂਦੀ ਪਈ ਤੇ ਹੱਥ ਪੈਰ ਹੁੰਦੇ ਪੁੱਠੇ ਹੋਏ ਪਏ ਸੀ। ਉਹਨੇ ਭੱਜ ਕੇ ਥੱਲੇ ਗਿਆ। ਉਹਨੇ ਕਿਹਾ ਅੰਮੀ ਉੱਤੇ ਆ, ਉਹ ਸ਼ਮੈਲਾ ਦੇ ਮੂੰਹ 'ਚ ਝੱਗ ਵਗਦੀ ਪਈ ਤੇ ਉਹਨੂੰ ਮਿਰਗੀ ਪਈ ਹੋਈ ਏ। ਮੈਂ ਉੱਤੇ ਆਈਆਂ ਤੇ ਮੈਂ ਜਾਂ ਉਹਨੂੰ ਵੇਖਿਆ ਨਾ ਤੇ
ਮੇਰੇ ਬੇਟੇ ਨੇ ਨਾ ਉਹਨੇ ਸ਼ਾਮੀ ਨਾ ਫੋਨ ਕਿਸੇ ਨੂੰ ਬਾਬੇ ਨੂੰ ਫੋਨ ਕੀਤਾ ਸੀ ਜਿਹੜੇ ਤਵੀਤ ਧਾਗੇ ਕਰਦੇ ਨੇ। ਉਹਨੇ ਰਹਿਵਿੰਡ ਫੋਨ ਕੀਤਾ ਸੀ, ਉਹਦੇ ਗਲ ਵਿੱਚ ਵੀ ਤਵੀਤ ਸੀ ਤੇ ਉਹਨੇ ਕਿਹਾ ਵੀ ਬਾਬੇ ਨੇ ਕਿਹਾ ਮੈਂ ਸੁਬਾਹ ਆਵਾਂਗਾ। ਤੇ ਮੈਨੂੰ ਆਦੀ ਵੀ ਇੰਜ ਨਾ ਬਾਜੀ ਆਹ ਗੱਲ ਏ ਵੀ ਮੈਨੂੰ ਕੋਈ ਕਸਰ ਪੈਂਦੀ ਏ। ਤੇ ਅਸੀਂ ਉਹਦੇ ਮੋਬਾਈਲ ਵਿੱਚ ਨੰਬਰ ਕੱਢ ਕੇ ਉਹ ਬਾਬੇ ਨੂੰ ਫੋਨ ਕੀਤਾ। ਫਿਰ ਮੈਂ ਹਰ ਸਾਲ ਦੇ ਸਾਲ ਕਲੰਦਰ ਜਾਂਦੀ ਹਾਂ। ਮੈਨੂੰ ਇੱਕ ਬਾਬਾ ਟੱਕਰਿਆ ਉੱਥੇ, ਕਲੰਦਰ ਟੱਕਰਿਆ ਉਹ ਝੰਗ ਦਾ ਜੀ, ਬਸ ਠੀਕ ਹੈ, ਝੰਗ ਬਾਬਾ ਇੱਕ ਟੱਕਰਿਆ। ਮੈਂ ਝੰਗ ਫੋਨ ਕੀਤਾ ਆਪਦੇ ਮੋਬਾਈਲ ਤੋਂ, ਉਹ ਝੰਗ ਵੀ ਫੋਨ ਕੀਤਾ, ਉਹਦੇ ਮੋਬਾਈਲ ਤੋਂ ਵੀ ਰਹਿਵਿੰਡ ਵੀ ਫੋਨ ਕੀਤਾ। ਉਹ ਨਾ ਆਪਣੇ ਉਹਦੇ ਦੋਵਾਂ ਪਾਸੇ ਕੰਨਾਂ ਨਾਲ ਮੋਬਾਈਲ ਲੱਗੇ ਹੋਏ ਨੇ ਤੇ ਉਹ ਦਮ ਕਰਦੇ ਪਏ ਨੇ। ਤੇ ਮੇਰੇ ਬੇਟੇ ਨੂੰ ਜਿਵੇਂ ਜਿਵੇਂ ਮੇਰਾ ਬੇਟਾ ਮਦਰਸਾ ਪੜ੍ਹਿਆ ਆ, ਮੇਰੇ ਬੇਟੇ ਨੂੰ ਜਿਵੇਂ ਜਿਵੇਂ ਦੱਸਦੇ ਗਏ ਨੇ ਨਾ ਮੇਰਾ ਬੇਟਾ ਦਮ ਕਰਦਾ ਗਿਆ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਭਾਈ ਬਾਬਾ ਅਜੇ ਤੀਕਰ ਸਹੀ ਨਹੀਂ ਹੁੰਦੀ ਪਈ, ਉਂਗਦੀ ਪਈ ਏ। ਉਹ ਵੀ ਉਂਗਦੀ ਸੁਣਦੇ ਪਏ ਨੇ। ਉਹਨੇ ਬਾਬਾ ਤਾਂ ਉਹਦਾ ਨੱਕ ਤੂੰ ਨਾ ਤੇ ਉਹਦੇ ਪਾਣੀ ਦੇ ਉੱਤੇ ਛੱਟੇ ਮਾਰ, ਮੇਰੇ ਬੇਟੇ ਨੂੰ ਸ਼ਹਜ਼ਾਦ ਨੂੰ ਹੱਦ ਤੇ ਇੰਜ ਨਾ ਹੋਸ਼ ਵਿੱਚ ਆ ਜਾਂਦੀ। ਤੇ ਮੈਂ ਉਹਦੇ ਜਦੋਂ ਹੱਥ ਪੈਰ ਵੇਖੇ ਨੇ ਨਾ ਪੁੱਠੇ, ਮੈਂ ਉਸੇ ਟਾਈਮ ਵੀਡੀਓ ਕਾਲ ਕੀਤੀ। ਮੈਂ ਕਿਹਾ ਭਾਈ ਨਾ ਅੰਬਰ, ਮੈਂ ਕਿਹਾ ਸ਼ੈਲਾ ਨੂੰ ਕੁਛ ਹੋ ਗਿਆ। ਮੈਂ ਰੋਂਦੀ ਨੇ ਫੋਨ ਕੀਤਾ, ਭਾਨੂੰ ਸ਼ੈਲਾ ਨੂੰ ਕੁਛ ਹੋ ਗਿਆ, ਸ਼ੈਲਾ ਨੂੰ ਕੁਛ ਹੋ ਗਿਆ। ਹੁਣ ਭਾਈ ਅੰਬਰ ਕੀ ਆਦਾ ਬਾਜੀ ਤੈਨੂੰ ਕਿੰਨੇ ਕਿਹਾ ਵੜਨ ਦੇ, ਮੈਂ ਤੈਨੂੰ 1.5 ਮਹੀਨਾ ਹੋ ਗਿਆ ਫਾਰਗ ਕਰਾ ਦਿੱਤਾ। ਮੈਂ ਕਿਹਾ ਭਾਈ ਨੇ ਮੈਂ ਤੇ ਘਰ ਵੀ ਨਹੀਂ ਆ ਤੇ ਉਹ ਆਈ ਹੈ ਤੇ ਮੈਂ ਉਹਨੂੰ ਕੀ ਘਰੋਂ ਕੱਢ ਦਿੰਦੀ। ਉਹ ਤੋਂ ਬਾਅਦ ਉਹਦੀਆਂ ਕੋਈ ਕੁਜ਼ਨਾ ਸੀ ਜਿਨ੍ਹਾਂ ਦੇ ਘਰ ਜਾਂਦੀ, ਮਾਮੇ ਅੱਲੇ ਚਾਚੇ ਅੱਲੇ, ਮੈਨੂੰ ਨਹੀਂ ਇਹਨਾਂ ਚੀਜ਼ਾਂ ਦਾ ਪਤਾ ਕਿਹੜਿਆਂ ਰਿਸ਼ਤੇਦਾਰਾਂ, ਉਹਨਾਂ ਨੂੰ ਫੋਨ ਕੀਤਾ ਜਿਹੜਾ ਨੰਬਰ ਉਹਨਾਂ ਦੇ ਉੱਤੇ ਭਾਜੀ ਇੰਜ ਸ਼ੈਲਾ ਨੂੰ ਉਹ ਕਸਰ ਪਈ ਹੋਈ ਤੇ ਛੇਤੀ ਆ ਤੇ ਕਿੱਥੇ। ਮੈਂ ਕਿਹਾ ਸ਼ਹਿਨਸ਼ਾਹ ਚੌਂਕ ਠੋਕਰ ਨਿਆਜ਼ ਬੇਗ ਇੰਜ ਲੈ ਹਟ ਕੇ ਉਹ ਫੋਨ ਕੀਤਾ। ਕੋਈ ਨਾ ਜੀ ਉਸ ਤੋਂ ਬਾਅਦ ਸਾਡੇ ਘਰ ਦੇ ਕੋਲ ਕਰਕੇ ਕਲੀਨਿਕ ਉੱਥੇ ਭਜਾਇਆ ਮੈਂ ਆਦੇ ਬੇਟੇ ਨੂੰ। ਮੈਂ ਕਿਹਾ ਜਾ ਤੇ ਡਾਕਟਰ ਨੂੰ ਲਿਆ। ਡਾਕਟਰ ਰੋਜ਼ਾਨਾ ਹੋ ਗਈਆਂ ਸੀ। ਉਹ ਆਪਣੇ ਉਹਨੇ ਬੇਟਾ ਮੇਰਾ ਗਿਆ, ਉਹਨੇ ਕਿਹਾ ਅੰਮੀ ਡਾਕਟਰ ਕੋਈ ਨਹੀਂ, ਬੰਦ ਏ ਬਾਜ਼ਾਰ। ਫਿਰ ਅਸੀਂ ਐਂਬੂਲੈਂਸ ਨੂੰ ਫੋਨ ਕੀਤਾ, ਐਂਬੂਲੈਂਸ ਆ ਗਈ। ਐਂਬੂਲੈਂਸ ਦੇ ਆਉਂਦਿਆਂ ਉਹਨੇ ਇੱਕੋ ਹੀ ਔਕਾ ਲਿਆ, ਉਹ ਖਤਮ ਹੋ ਗਈ। ਉਹ ਤੋਂ ਬਾਅਦ ਨਾ ਅੰਬਰ ਨੇ ਫੋਨ ਚੁੱਕਿਆ ਤੇ ਨਾ ਉਹ ਕੁਜ਼ਨਾ ਨੇ ਚੁੱਕਿਆ। ਲੈ ਜੀ ਸੁਬਾਹ ਅਜ਼ਾਨਾਂ ਦਾ ਟਾਈਮ ਹੈ ਤੇ 12 ਵੱਜ ਗਏ ਨੇ ਤੇ ਕੋਈ ਬੰਦਾ ਸ਼ਮੈਲਾ ਦੀ ਲਾਸ਼ ਉੱਥੇ ਪਈ ਹੈ। ਸ਼ਮੈਲਾ ਦੀ ਲਾਸ਼ ਮੇਰੇ ਕਮਰੇ ਵਿੱਚ ਮੰਜੀ ਤੇ ਪਈ ਏ। ਮੈਂ ਜਦੋਂ ਉਹਦਾ ਸਾਹ ਨਿਕਲੇ ਨੇ ਨਾ, ਮੈਂ ਸੋਨੇ ਦੀ ਉਹਦੇ ਇੱਥੇ ਸੋਨੇ ਦੀ ਉਹਦੀ ਚੈਨ, ਸੋਨੇ ਦਾ ਲੋਕਟ, ਜੋ ਕੁਛ ਉਹਦਾ ਇੱਥੇ ਛਾਤੀ ਦੇ ਵਿੱਚ ਹੀ ਹੈ, ਪਰਸ ਦੇ ਵਿੱਚ। ਆਪਾਂ ਨੀ, ਮੈਂ ਮੇਰੀਆਂ ਜ਼ਮੀਨ ਥੱਲੇ ਲੱਤਾਂ ਹੀ ਨਿਕਲ ਗਈਆਂ। ਮੇਰਾ ਨਾਲ ਬੇਟੀਆਂ ਤੋਂ ਵੀ ਜ਼ਿਆਦਾ ਉਹ ਪਿਆਰ ਕਰਦੀ ਸੀ। ਇੱਥੇ ਮੈਂ ਤਸਵੀਰਾਂ ਵੀ ਉਹਦੇ ਵਿੱਚ ਫੋਟ ਹੋਈ ਦੀਆਂ ਨਾ ਉਹ ਵਿੱਚ ਹੈਗੀਆਂ ਨੇ ਮੇਰੇ ਮੋਬਾਈਲ ਦੇ, ਮੇਰੀ ਬੇਟੀ ਦੇ ਮੋਬਾਈਲ ਦੇ। ਮੈਨੂੰ ਆਪਣੀ ਨੂੰਹ ਨੂੰ ਪਤਾ ਕੀ ਕਿਹਾ, ਮੈਂ ਕਿਹਾ ਸੰਬਰਾ ਇਹਦੇ ਹੱਥ ਪੈਰ ਸਿੱਧੇ ਕਰ। ਮੈਂ ਉੱਥੇ ਟਾਈਮ ਹੀ ਉਹ ਮਰ ਗਈ ਮੈਂ ਆਪ ਮਰ ਗਈ ਵੀ ਮੇਰੀਆਂ ਜ਼ਮੀਨ ਹੀ ਨਿਕਲ ਗਈ ਲੱਤਾਂ ਦੇ ਥੱਲੋਂ। ਮੈਂ ਕਿਹਾ ਏ ਸ਼ੈਲਾ ਤੂੰ ਕੀ ਕਰ ਦਿੱਤਾ, ਤੂੰ ਤੇ ਮਰ ਗਈ ਤੇ ਅਸੀਂ ਤੇ ਜਿੰਦੇ ਹੀ ਮਰ ਗਏ ਆ ਹੈਂ। ਤੇ ਇਹੋ ਹੀ ਮੇਰੇ ਮੂੰਹ ਚ ਜ਼ਬਾਨ ਇਹੋ ਹੀ ਨਿਕਲਦੀ, ਮੇਰਾ ਮੂੰਹ ਸੁੱਕ ਜਾਂਦਾ। ਮੈਂ ਉੱਤੇ ਮੇਰਾ ਨਾ ਭਾਈ ਤੀਸਰੀ ਮੰਜ਼ਲ ਤੇ ਪਿਆ ਸੀ, ਉਹਨੂੰ ਮੈਂ ਕਿਹਾ ਰਜ਼ਾਕ ਸ਼ੈਲਾ ਫੋਤ ਹੋ ਗਈ ਵੇ, ਉੱਠ ਬਹਿ ਵੇ, ਸ਼ੈਲਾ ਫੋਤ ਹੋ ਗਈ। ਤੈਨੂੰ ਪਤਾ ਜਿਹਨੂੰ ਨਸ਼ਈ ਜਿਹੜੇ ਹੁਣ ਉਹਨੂੰ ਨਸ਼ਾ ਉਹਨਾਂ ਨੂੰ ਨਾ ਲੱਭਾ ਹੋਵੇ ਉਹ ਕੀ ਅੱਗੋਂ ਆਦਾ ਅੱਛਾ ਤੇ ਅਸੀਂ ਮਾਰੀਏ ਹੈਂ। ਮੈਂ ਉਹਦੇ ਨਾਲ ਲੜ ਕੇ ਮੈਂ ਕਿਹਾ ਲੈ ਤੁਸੀਂ ਬੁੰਡਾ ਕਟਾਇਓ ਜੇ, ਤੇ ਮੈਂ ਕਿਹਾ ਮੈਂ ਆ ਲੱਗੀ ਜਾਨੀ। ਮੈਂ ਨਾ ਉਤੋਂ 12 ਵੱਜ ਗਏ ਨੇ ਤੇ ਕੋਈ ਬੰਦਾ ਨਹੀਂ ਆਇਆ, ਕੋਈ ਬਸ਼ਰ ਨਹੀਂ ਆਇਆ ਵੀ ਮੈਂ ਆਂਬਰ ਹੀ ਆਖੇ ਬਾਜੀ ਮੈਂ ਆਉਂਦਾ ਪਿਆ। ਆਂਬਰ ਹੋਈ ਪੰਜਾਬ ਪੁਲਿਸ ਵਾਲਾ, ਹਾਂ ਵੀ ਉਹ ਆਦਾ ਮੈਂ ਆਉਂਦਾ ਪਿਆ ਭਾਈ ਨਾ ਉਹ ਮਦਈ ਬਣਦਾ ਉਹ ਆਉਂਦਾ। ਉਹ ਤੋਂ ਬਾਅਦ ਮੈਂ ਆਪ ਲਾਸ਼ ਦਿੰਦੀ ਨਾ, ਮੈਂ ਉਹਨੂੰ ਆਪ ਅਸੀਂ ਨਹਾਉਂਦੇ ਧਵਾਉਂਦੇ ਆਪ ਦਫਨਾਉਂਦੇ ਹੈਂ। ਉਹ ਉਹਦੇ ਵੀ ਦੁਬਾਰੇ ਨਹੀਂ ਫੋਨ, ਉਹ ਵੀ ਨਹੀਂ ਆਇਆ। ਉਹ ਜੀ ਉਹਦੇ ਮੁਖਾਲਫ ਉਹਨਾਂ ਨੇ ਉਹਦੀ ਜਾਇਦਾਦ ਜਿਹੜੇ ਦਿਨ ਫੌਤ ਹੋਈ ਉਹ ਦਿਨ ਵੀ ਇਸ ਟਾਈਮ ਮੇਰੇ ਨਾਲ ਲੱਗੀ ਰਹੀ ਏ ਬਈ ਬਾਜੀ ਵੇਖ ਲਾ ਅਕਰੀ ਹੋਰਾਂ ਨੇ ਇੰਜ ਕੀਤਾ, ਉਹ ਕੀਤਾ। ਉਹਦੇ ਭਰਾਵਾਂ ਨੇ ਉਹ ਆਪ ਵੀ ਟਣਾ ਮਨਾ ਵਾਲੇ ਵੇਚਣ ਵਾਲੇ ਨੇ। ਆ ਮਨਸ਼ਿਆਰ ਗੱਲ ਸੁਣੋ, ਸ਼ਮੈਲਾ ਦਾ ਆਪਣਾ ਖਾਨਦਾਨ ਕੋਈ ਨਹੀਂ ਸੀ ਹੈਗਾ? ਜਦੋਂ ਵੀ ਸ਼ਮੈਲਾ ਲੜਦੀ ਸੀ ਤੁਹਾਡੇ ਕੋਲ ਕਿਉਂ ਆਉਂਦੀ ਸੀ? ਮਾਂ ਪਿਓ ਹੈ ਹੀ ਨਹੀਂ ਸੀ, ਮਾਂ ਪਿਓ ਭੈਣ ਭਰਾ ਸੀ। ਭੈਣ ਭਰਾ ਮਤਰੇ ਸਨ ਜਿਹੜੇ ਹੁਣ ਬਣੇ ਹੋਏ ਨੇ ਮਦਈ, ਇਹ ਪੁੱਛਦੇ ਹੀ ਨਹੀਂ ਸਨ। ਉਹਦੇ ਭੈਣ ਭਰਾ ਤੇ ਕਹਿੰਦੇ ਨੇ ਜਮੀਲਾ ਬੀਬੀ ਨੇ ਮਾਰੀ ਹੈ ਸਾਡੀ ਕੁੜੀ, ਤੇ ਉਹ ਜਮੀਲਾ ਬੀਬੀ ਨੇ ਮਾਰੀ ਹੈ ਤੇ ਪਹਿਲੇ ਉਹ ਕਿੱਥੇ ਸਨ?
ਪਹਿਲੇ ਕਿੱਥੇ ਸਨ? ਉਹਨਾਂ ਕੋਲੋਂ ਪੁੱਛਾਂ ਨਾ ਅੰਬਰ ਨਾਲ ਸ਼ਾਦੀ ਕਿੰਨੇ ਕਰਵਾਈ ਏ? ਉਹ ਪਹਿਲੇ ਕਿੱਥੇ ਸਨ? ਉਹ ਜਿਹੜੇ ਅੱਜ ਤੱਕ ਉਹਨੂੰ ਇੰਨੇ ਸਾਲ ਹੋ ਗਏ ਨੇ, ਸ਼ਾਦੀ ਵੀ ਮੈਂ ਕਰਵਾਈ। ਉਹ ਵਿਚਾਰੀ ਸੜਕਾਂ ਤੇ ਰੁਲਦੀ ਸੀ। ਉਹਦੀ ਮਾਂ ਜਿਹੜੀ ਆ ਮਜੀਦੋ, ਉਹ ਜਿਹੜੀ ਹੁਣ ਬਣੀ ਹੋਈ ਏ ਆਪਣੇ ਕੀ ਮਦਈ ਬਣੇ ਹੋਏ ਨੇ, ਉਹ ਮਾਂ ਕੋਲੋਂ ਪੁੱਛੋ, ਉਹਦੀ ਜੰਮਣ ਪਰਚੀ ਪੁੱਛੋ ਵੀ ਇਹਦੀ ਜੰਮਣ ਪਰਚੀ ਕਿੰਦੇ ਨਾਂ ਦੀ ਬਣੀ ਹੋਈ ਹੈ। ਉਹ ਤੇ ਇਲਜ਼ਾਮ ਹੀ ਲਾਉਂਦੇ ਪਏ ਨੇ, ਜਿਹੜੀ FIR ਹੋਈ ਹੈ ਤੁਹਾਡੇ ਤੇ ਆਮਰ ਤੇ ਹੋਈ ਹੈ ਨਾ, ਪੁਲਿਸ ਵਾਲਾ ਆਮਰ। ਹਾਂ, ਪੁਲਿਸ ਵਾਲਾ ਤੁਸੀਂ ਦੋਵਾਂ ਨੇ ਮਿਲ ਕੇ ਮਾਰਿਆ? ਨਹੀਂ ਜੀ, ਅਸੀਂ ਕਰਾਨੀ ਮਾਨੀ, ਅਸੀਂ ਨਹੀਂ ਮਾਰਿਆ ਮੂਰਿਆ। ਅੱਗੇ ਵੀ ਅੰਬਰ ਨਾਲ ਲੜੀ ਸੀ ਤੇ ਉਦੋਂ ਵੀ ਉਹਨੇ ਖਾਧੀ ਸੀ 15-20 ਗ੍ਰਾਮ ਤੇ ਉਹਨੇ ਪਾਣੀ ਚ ਘੋਲ ਕੇ ਪੀਤੀ ਸੀ ਤੇ ਨੀਲੀ ਪੀਲੀ ਹੋ ਗਈ ਸੀ, ਸਾਰੇ ਜਿਸਮ ਤੇ ਨੀਲ ਪੈ ਗਏ ਸੀ, ਕਾਲੀ ਪੀਲੀ ਹੋ ਗਈ ਸੀ। ਉਹ ਤੋਂ ਬਾਅਦ ਉਹਦੇ ਵਾਸ਼ ਹੋਏ। ਸ਼ਮੈਲਾ ਜਦੋਂ ਅੰਬਰ ਨਾਲ ਲੜਦੀ ਸੀ ਹਾਂ ਤੇ ਨਸ਼ਾ ਕਰਦੀ ਸੀ? ਹਾਂ, ਉਦੋਂ ਲੜ ਕੇ ਕਰਦੀ ਸੀ। ਕਿਹੜਾ ਨਸ਼ਾ ਕਰਦੀ ਸੀ ਉਹ? ਨਸ਼ਾ ਕਰਦੀ ਨਹੀਂ ਸੀ, ਲੜ ਕੇ ਖਾ ਲੈਂਦੀ ਸੀ। ਕੀ ਪੀਂਦੀ ਕੀ ਸੀ? ਕੀ ਖਾਂਦੀ ਸੀ? ਖਾਂਦੀ ਸਾਡੇ ਕੀ ਰੋਟੀ ਖਾਂਦੀ ਸੀ ਆਲੂ ਗੋਭੀ ਨਾਲ? ਕੀ ਖਾਂਦੀ ਸੀ ਪੁੱਛਣਾ ਪਿਆ ਬਈ। ਉਹ ਜਦੋਂ ਲੜਦੀ ਸੀ ਉਦੋਂ ਉਹ ਕਰਦੀ ਸੀ ਬਈ। ਉਹਨੇ ਅੱਗੇ ਜਦੋਂ ਲੜੀ ਸੀ ਉਦੋਂ ਵੀ ਆਈਸ ਪਾਊਡਰ ਪੀਂਦੀ ਸੀ, ਆਈਸ ਪੀਂਦੀ ਸੀ, ਆਈਸ ਪੀਂਦੀ ਸੀ ਜਦੋਂ ਅਮਨ ਨਾਲ ਲੜਦੀ ਸੀ। ਤੇ ਹੁਣ ਵੀ ਆਈਸ ਪੀਤੀ ਸੀ? ਪਤਾ ਨਹੀਂ, ਐਤਕੀ ਵੀ ਆਈਸ। ਅਸੀਂ ਇਹ ਚੀਜ਼ ਦਾ ਨਿਆਂ ਦਿੰਦੇ ਆ ਵੀ ਸਾਡੇ, ਅਸੀਂ ਵੇਖਿਆ ਹੋਵੇ ਕਰਦੀ ਨੂੰ, ਅਸੀਂ ਖਾਦੀ ਵੇਖੀ ਹੋਵੇ, ਸਾਨੂੰ ਨਹੀਂ ਪਤਾ ਜਾਂ ਕਿਧਰੇ ਖਾ ਖੂ ਕੇ ਆਈ ਏ। ਬਕੌਲ ਤੁਹਾਡੇ ਕਿ ਤੁਸੀਂ 5 ਸਾਲ ਹੋ ਗਏ ਨੇ ਅਸੀਂ ਮਾਨੀ ਕਰਾਨੀ ਛੱਡਤਾ ਨਸ਼ਾ ਛੱਡ ਦਿੱਤਾ ਆ। ਲੇਕਿਨ ਕਿੰਨੇ ਪਰਚੇ ਹੋਏ ਤੁਹਾਡੇ ਤੇ? ਮੇਰੇ ਤੇ ਆਪਣੇ 3 ਪਰਚੇ ਹੋਏ ਨੇ ਤੇ ਮੈਂ ਬਰੀ ਹੋਈ ਆ। ਮੈਨੂੰ ਹਸਨ ਫਰੀਦੀ ਨੇ ਬਰੀ ਕਰਾਇਆ, ਆਪਣੇ ਪਠਾਨ, ਤੇ ਉਸ ਤੋਂ ਬਾਅਦ ਆਪਣੇ ਕੀ ਸੇਠੀ ਨੇ ਮੈਨੂੰ ਬਰੀ ਕਰਾਇਆ। ਮੈਂ ਕੇਸਾਂ ਚ ਬਰੀ ਆ। ਮੈਂ 5 ਸਾਲ ਹੋ ਗਏ ਨੇ ਮਾਨੀ ਕਰਾਨੀ ਛੱਡ ਦਿੱਤਾ ਆ। ਅੱਛਾ, ਮੇਰੇ ਕੋਲ ਜਿਹੜੇ ਕਾਗਜ਼ਾਤ ਨੇ ਉਹਦੇ ਮੁਤਾਬਿਕ 2017 ਚ ਤੁਹਾਡੇ ਤੇ ਪਰਚਾ ਹੋਇਆ ਹੰਜਰਵਾਲ, 2018 ਚ ਵੀ ਪਰਚਾ ਹੋਇਆ ਕਾਨੇ, 2019 ਹੰਜਰਵਾਲ, 2022 ਨੂੰ ਵੀ ਹੰਜਰਵਾਲ, 2023 ਨੂੰ ਵੀ ਹੰਜਰਵਾਲ। 1 2 3 4 5 ਪਰਚੇ ਨੇ। ਤੁਸੀਂ ਕਹਿੰਦੇ ਮੇਰੇ ਤੇ 3 ਪਰਚੇ? 3 ਪਰਚੇ ਮੇਰੇ ਨਾਮ ਸੀ ਦੇ 3 ਪਰਚੇ ਨੇ। ਆਪਦੇ ਕੋਲ ਭਾਵੇਂ 100 ਪਰਚਾ ਬਣਾਈ ਰੱਖਣ, 3 ਪਰਚੇ ਨੇ। ਇਹਨੇ ਆਤਫ ਐਂਡ ਤੇ ਆਤਫ ਸੀ ਨਾ ਸਾਈ ਦਾ ਜਿਹਨੇ ਪਰਚਾ ਹੁਣ ਦਿੱਤਾ ਸੀ। ਬਕੌਲ ਤੁਹਾਡੇ ਤੁਸੀਂ ਕਿਹਾ ਨਾ ਪੁਲਿਸ ਵਾਲਿਆਂ ਦੀ ਮੈਂ ਮਨਸ਼ਿਆਤ ਵੇਚਦੀ ਸੀ। ਹਾਂ, ਮਨਸ਼ਿਆਤ ਆਮਰ ਦੀ। ਇਹ ਹੁੰਦੀ ਆਪਣੇ ਦਾ ਨਾਂ ਕੀ ਇਹ ਵਿਕਾਸ ਬਾਲਾ। ਵਿਕਾਸ ਬਾਲਾ ਉਹ ਵੀ ਪੁਲਿਸ ਵਾਲਾ? ਹਾਂ, ਉਹ ਵੀ ਪੁਲਿਸ ਵਾਲਾ। ਤੁਸੀਂ ਕਹਿੰਦੇ ਮੈਂ ਉਹਦੀ ਮਨਸ਼ਿਆਤ ਵੇਚਦੀ ਸੀ ਤੇ ਫਿਰ ਪੁਲਿਸ ਵਾਲੇ ਨੇ ਤੁਹਾਡੇ ਤੇ ਪਰਚੇ ਕਿਉਂ ਦਿੱਤੇ? ਤੇ ਉਹ ਕੀ ਸਾਰੇ ਪੁਲਿਸ ਵਾਲਿਆਂ ਦੇ ਥੋੜੇ ਮੈਂ ਵੇਚਦੀ ਸੀ? ਇਹ ਵਿਕਾਸ ਬਾਲੇ ਨੇ ਪਰਚੇ ਦਿੱਤੇ ਤੁਹਾਡੇ ਤੇ? ਨਹੀਂ, ਇਹ ਤੇ ਜਿਹੜੇ ਨਵੇਂ ਆਉਂਦੇ ਸੀ ਨਾ ਉੱਥੇ ਉਹ ਫੜਦੇ ਸੀ ਤੁਹਾਨੂੰ? ਹਾਂ, ਉਹ ਫੜਦੇ ਸੀ। ਤੇ ਗ੍ਰਿਫਤਾਰੀਆਂ ਵੀ ਹੋਈਆਂ ਸਾਰਿਆਂ ਚ ਤੁਹਾਡੀ? ਮੇਰੀ ਗ੍ਰਿਫਤਾਰੀਆਂ ਹੋਈਆਂ ਨੇ। 5 ਵਾਰੀ ਗ੍ਰਿਫਤਾਰ ਹੋਏ ਤੁਸੀਂ? 5 ਵਾਰੀ ਨਹੀਂ, ਮੈਂ 3 ਵਾਰੀ ਗ੍ਰਿਫਤਾਰ 5 ਵਾਰੀ ਫੜੇ ਗਏ ਹੋ? ਮੈਂ ਬਰੀ ਹੋ ਕੇ ਆਈਆਂ, 3 ਵਾਰੀ ਗਈਆਂ ਤੇ ਬਰੀ ਹੋ ਕੇ ਆਈਆਂ। ਇਹ ਜਿਹੜੇ ਪਰਚੇ ਬਣਾਉਂਦੇ ਪਏ ਨੇ, ਦੂਸਰੇ ਪਰਚੇ ਝੂਠ ਏ। ਇਹ ਹਲਫਨ ਤੁਸੀਂ ਕਹਿੰਦੇ ਹੋ? ਕਿਉਂਕਿ ਤੁਸੀਂ ਹੋ ਸਕਦਾ ਤੁਸੀਂ ਪੰਜਾਬ ਪੁਲਿਸ ਤੇ ਇਲਜ਼ਾਮ ਲਾਉਂਦੇ ਹੋਗੇ ਮੁਲਾਜ਼ਮਾਂ ਤੇ, ਹੋ ਸਕਦਾ ਉਹ ਨਾ ਵੀ ਕਮਾਉਂਦੇ ਹੋ। ਮੈਂ ਮਾਨੀ ਕੁਰਾਨੀ ਮੈਂ ਜੱਜ ਦੇ ਸਾਹਮਣੇ ਕਵਾਂਗੀ ਬਈ ਇਹਨਾਂ ਦੇ ਸਿਰ ਤੇ ਕੁਰਾਨ ਰੱਖ ਕਿ ਪੁਲਿਸ ਵਾਲੇ ਦਾ ਨਸ਼ਾ ਵੇਚਦੇ। ਹਾਂ, ਤੇ ਪਿੱਛੋਂ ਆਉਂਦਾ ਕਿੱਥੋਂ ਸੀ? ਸ਼ਮੈਲਾ ਦੀਆਂ ਭੈਣਾਂ ਕੋਲੋਂ, ਉਹਦੀ ਮਾਂ ਕੋਲੋਂ, ਆ ਜਿਹੜੀ ਬਣੇ ਹੋਏ ਨੇ ਮਦਈ, ਇਹਨਾਂ ਕੋਲੋਂ ਆਉਂਦਾ ਸੀ। ਉਹ ਅਜੇ ਵੀ ਟਣਾ ਮਣਾ ਨਾਲ ਕਰਦੇ ਨੇ। ਉਹ ਤੋਂ ਬਾਅਦ ਜਿਹੜਾ ਕਰੀ ਹੈ ਉਹਨੂੰ ਅੱਗੇ ਵੀ ਗੋਲੀ ਦਾ ਆਰਡਰ ਹੋਇਆ ਸੀ। अब आपके सामने है और ये सवालिया निशाना पंजाब पुलिस पे कि एक उनका भरा वकील है, जेड़ा मदई बनया वकील है, और हलफ उठा के कह रहे जी पंजाब पुलिस का मैं नशा बेचती थी और पंजाब पुलिस को नशा जो है वो और मंशियात फरोश बेचते थे। अब मुझे नहीं समझ आ रही कि ये कहानी है क्या। मुबैना तौर पे ये इल्जाम लगा रही है पंजाब पुलिस के कुछ एहलकारों पे। लाजमी इनकी तफ्तीश होनी चाहिए कि जिन पुलिस एहलकारों के नाम लिए जा रहे हैं और इस खतून की गलती की सजा इन बच्चियों को क्यों मिले। नशा बेचती थी, जो कानूनी तौर पर इसकी सजा बनती थी उसे मिलनी चाहिए थी। तो बाद इन्होंने मेरा मकान क्यों बेचा? हम लोग भी कहते हैं कि जो कानूनी तौर पर इसकी सजा है वो इसे मिले, लेकिन उनकी सजा इन बच्चियों को नहीं मिलनी चाहिए। अब बच्चियां मेरे साथ मौजूद है जो मुबैना तौर पर ये भी इल्जाम लगा रही है कि हमें भी जो है 8 से 10 दिन जो है थाने हंजरवाल में बंदी बना के रखा गया। वो क्या कहानी है मैं इनसे जानने की कोशिश करता हूँ। अक्सा बच्चे आप माइक पकड़ लो जरा। क्या हाल है अक्सा आपका? जी ठीक। ठीक है आप जी। कितने बहन भाई हो आप? हम 5 बहन भाई हो। बहनें कितनी और भाई कितने हैं? 4 बहनें 1 भाई। आप लोगों को इल्म था कि हमारी वालिदा नशा बेचती हैं?
نہیں. کبھی علم نہیں ہوا؟ کیا کرتے دیکھا والدہ کو ساری زندگی؟ یہی کہ مطلب کہ وہ کام کرتی تھی لیکن یہ نہیں ہمیں پتا تھا وہ کیا کرتی، کیونکہ انہوں نے ہمیں ہمیشہ اس چیز سے انجان ہی رکھا ہے. پتا تھا کہ وہ کام کرتی لیکن وہ کیا کرتی یہ ہمیں نہیں پتا تھا. گھر سے جاتی تھی کام کرنے، آپ لوگ سمجھتے تھے کہ آپ لوگ کیا سمجھتے تھے؟ بچے ہو نا، آپ لوگ بڑے ہو گئے ہوگے، کیا سمجھتے تھے کہ ہماری والدہ کیا کرنے جاتی ہیں بھائی؟ پہلے مطلب کہ یہی تھا کہ پہلے یہ ہوتا تھا کہ کسی کے گھروں میں کام کرتی ہیں، اس کے بعد جب مطلب کہ ان پہ پرچے وغیرہ ہوئے تب پتہ چلا تھا کہ یہ مطلب کہ منشیات کا کام کرتی ہیں. جی. آپ نے روکنے کی کوشش نہیں کی، منع نہیں کیا کہ کیا کر رہی ہو آپ؟ کرتے تھے منع، لیکن تب وہ پھر ان کے پاس بھی کوئی کمانے والا نہیں تھا، نہ ہی ہمارا اتنا تھا کہ ہم کما سکیں. والد کو کیا ہوا تھا؟ ان کو دل کا اٹیک ہوا تھا. کتنا عرصہ پہلے والد کی وفات ہوئی تھی؟ وہ تقریباً 15-16 سال ہو گئے. 15-16 سال ہو گئے. جی. اور تب سے والدہ یہی جو ہے غلط کاموں میں لگی ہوئی ہیں؟ نہیں، پہلے کوٹھیوں میں کام کرتی تھی، پہلے کوٹھیوں میں کام کرتی تھی، اس کے بعد یہ غلط کاموں کی طرف آئی ہیں. پہلے یہ کیونکہ ہم چھوٹے چھوٹے تب ہمارے دادکوں نے ہمیں لے لیا تھا، ان سے پھر کیس کر کے امی نے لیا ہمیں. بہن میری مطلب کہ جو ہمارے دادکے تھے نا، جب میرے ابو فوت ہو گئے تھے نا، تو انہوں نے ہمیں لے لیا ہوا تھا امی سے، امی کے حوالے ہمیں نہیں کرتے تھے. ٹھیک ہے. تو امی نے پھر ہمیں کیس کر کے لیا تھا. تو جب کیس کر کے لیا تھا اس دوران میں تو امی کسی کے گھروں میں کام کرتی تھی. اب یہ کیا ہوا کہ آپ کو 10 دن کیوں بند کمرے میں رکھا گیا بقول آپ کے؟ جی. یہ بھی الزام ہے کہ جھوٹ ہے. اب یہ آپ نے ثابت کرنا ہے. آپ تھانے کرنے کیا گئی یا آپ کو تھانے بلایا گیا تھا؟ کیا معاملات تھے؟ معاملات یہ تھے کہ یہ جو سارا مسئلہ ہے نا، یہ ڈیتھ کا جو بھی ہے، شمائلہ کے مرنے کا. جی. تو تب مطلب کہ میں تو گھر پہ نہیں تھی، میں گھر نہیں تھی، میری بھابھی کو اور بھائی کو اٹھا کے لے گئے پھر کزن کو. میں اپنی آپی کی طرف تھی، مطلب کہ گھر پہ نہیں تھی. اچھا. تو وہ اس کو لے گئے اٹھا کے، بھائی کو لے گئے، کزن کو لے گئے. تو مجھے دوسرے دن پتہ چلا ہے. تو جب مجھے پتہ چلا میں ناشتہ لے کے آئی ہوں. تو نا عابد جو تھے نا وہ اوپر تھے، تفتیش کر رہے تھے بھابھی کی. اس کو گالیاں نکال رہے تھے، گشتی کی بچی، فلانی کی بچی. اس کو گالیاں نکال رہے تھے غلط کہ جو میں بیان کہوں گا وہ تم نے بیان دینے، اس کو کہہ رہے تھے. عابد کون ہے؟ عابد ایسا ہی ہے. ASI ہے؟ جی. اچھا. اس کو مطلب کہ تفتیشی تھے؟ جی. اس کو ٹارچر کر رہے تھے کہ جو بیان میں کہوں گا آپ نے وہ بیان دینے. اس کو کہہ رہے تھے میں نے کہنا کہ زہر آپ کی سانس نے دیا ہے تو آپ نے وہی بیان دینے. اس نے بھی مطلب کہ پہلے اس کو کہیں مارا مورا تھا، تو اس کو کافی ٹارچر کر رہے تھے، جس کی وجہ سے انہوں نے جو کہا اس نے میرے سامنے وہ بیان دیے. اس نے ان کو میرے سامنے بیان دی کہ میری ساس نے بوتل میں زہر ڈال کے دیا، اور پھر وہ جاتے وقت بوتل بھی ساتھ لے گئی، کہ جبکہ یہ جھوٹ ہے. یہ جمیلہ بی بی نے زہر دیا شمائلہ کو؟ جی. پھر کیونکہ رپورٹ کے مطابق رپورٹ میں زہر آیا ہی نہیں. اچھا. تو انہوں نے یہ بیان دلوائے، بھائی سے بھی مار کے یہ بیان دلوائے، اور اس سے بھی، بھابھی سے بھی. پھر جب میں گئی مجھے کہتا آپ کون ہے؟ میں نے کہا میں ان کی بیٹی ہوں. مجھے بھی گالیاں نکالنے لگے، کہتے آپ ادھر بیٹھ جاؤ. میں بیٹھ گئی ہوں. پھر مجھے کہتے ہاں تمہاری ماں کا ہے. میں نے کہا مجھے نہیں پتا، میں تو گھر ہی نہیں تھی. تو مجھے کہتے اچھا تم گھر نہیں تھی؟ تو پھر گالیاں نکال کے کہتے اچھا تو پھر تمہاری امی کا اس کو شمائلہ کو کیوں مارا ہے؟ میں نے کہا مجھے پتہ ہی نہیں، میں گھر پہ نہیں تھی، مجھے کیا پتا کہ کیا معاملات ہے کیا نہیں. میں نے کہا میری امی کسی کو مار نہیں سکتی، اور شمائلہ کو تو بالکل بھی نہیں، وہ ہم سے زیادہ امی اس کے ساتھ اٹیچ تھیں. اچھا برا ہم سے پہلے امی اس سے پوچھتی تھی کوئی بھی بات ہو نا، کیونکہ اس سے بیٹی کم بہن زیادہ، مطلب کہ بیٹی بھی سمجھتی تھی بہن بھی سمجھتی تھی. سکھ دکھ کی کوئی بھی بات ہوتی تھی اس سے زیادہ کرتی تھی. ہمارے بارے میں ہوگی کہ رمشا کس طرح شادی، کوئی بھی بات ہوتی تھی نا تو اس کے ساتھ زیادہ ڈسکس کرتی تھی. تو میں نے کہا میری امی اس کو نہیں مار سکتی ہیں. تو جس کی وجہ سے انہوں نے پھر طاہرہ کو بلایا. انہوں نے کہا اس کو لے کے جاؤ اور اس سے بلواؤ کہ اس کی امی نے کیوں مارا اور اس کی امی کہاں ہے. تو میں اندر گئی ہوں تو مجھے اس نے، وہ جو تھی طاہرہ، اس نے مطلب کہ مارا. کہتی بتاؤ تمہاری امی کہاں ہے؟ میں نے کہا مجھے نہیں پتا، میرا ایک ہاتھ پیرالائز ہے، مطلب کہ نا. کون سے والا؟ یہ والا. یہ کام نہیں کرتا؟ نہیں. اسے کیا ہوا تھا؟ یہ ڈرپ لگوائی تھی تو وہ پٹھے کی ناڑ میں لگا دی تھی. اچھا. تو انہوں نے مطلب کہ نا، میں نے ان کو کہا کہ آپ ہی میرا ایک ہاتھ سے ہی نہیں، تو آپ مجھ سے ویسے پوچھ لے جو پوچھنا ہے آپ نے، تو آپ مارے نہ مجھے. کہتی کیوں؟ تم لوگ ایسے تو مانتے نہیں ہو. تو اس نے پھر مارا. تو میں بھی بچنے کے لیے ادھر ادھر ہوتی تھی کہ تو اس نے پھر میرا ہاتھ باندھ کے مجھے مارا. میرے پاؤں کا گٹا تھا وہ بھی مطلب کہ اس پہ بھی زیادہ زور سے مارا، جس کی وجہ سے اس پہ بھی دب آ گئی تھی. پورے 2 مہینے مجھ سے چلا نہیں جاتا تھا، پاؤں کی اتنی زیادہ سویلنگ ہو گئی تھی پاؤں میں. پھر اس کے بعد عابد نے بلوایا تو عابد کہتا ہاں آپ بتاؤ. میں نے کہا مجھے اب بھی نہیں پتا. جب مار لیا پھر مجھے کہتا، پھر میری پرسنل لائف کو ڈسکس کرنا ہے، تمہارے کتنے یار ہیں، تمہاری ماں کے کتنے یار ہیں، تم کتنوں کے ساتھ ہوٹلوں میں جاتی ہو، کتنوں کے ساتھ سوتی ہو،
कितनों के साथ तुम्हारे गलत ताल्लुकात है, कितनों के साथ तुम्हारे गलत रिलेशन है। ये पंजाब पुलिस के एहलकार आपसे तफ्तीश कर रहे हैं? जी हल्फन कहती है? जी, हल्फन मैं अल्लाह पाक को हाजिर नाजिर करके कहती अब हूँ। ये तो नहीं कि आपके वालिदा की तफ्तीश उसके पास है तो आप अपने नहीं, पास नहीं। से झूठ बना रही हो? नहीं नहीं, मेरी माँ बेगुनाह, उसका इंसाफ अल्लाह करेगा। मेरी अम्मी बेगुनाह है, उसका इंसाफ अल्लाह करेगा। मैं आपकी किसी वालिदा ने तो बड़े लोगों की जिंदगी भी बर्बाद की हुई है, आपको पता होना चाहिए इस चीज का भी। मानती हूँ इंसान गलतियां करता है, लेकिन वो उनका माजी था, उन्होंने पहले गलत किया, लेकिन अब मेरी माँ ने गलत नहीं किया। उन्होंने उसको कुछ भी नहीं कहा, ना ही मेरी अम्मी ने उनको मारा। अच्छा, फिर आपके साथ क्या हुआ वहाँ पे? उसके बाद उसने मुझे इस तरह की बातें करना शुरू कर दी। मैंने कहा मेरी पर्सनल लाइफ है। कहते लो हमारे सामने पर्सनल लाइफ हर चीज़ खोल के रखनी पड़ती है। फिर उसके बाद उन्होंने मतलब कि भेज दिया सेपरेट रूम में। फिर इसको बुला के इसके साथ इसको मतलब कि गालियाँ वगैरह निकाली। भाभी मेरी 2 महीने की हामला थी, जिसकी वजह से वो तफ्तीश के दौरान उसका हमल भी ज़ाया हो गया। उसके बाद मतलब कि अस्पताल भी वही लेके गए, कौन से अस्पताल में लेके गए, कौन सी जगह पे लेके गए, हमें कुछ भी नहीं पता। कोई भी होता है ना पर्ची या कोई भी मेडिकल वगैरह रिपोर्ट कुछ भी नहीं लेके आए हैं, हमें ये भी नहीं पता कौन से अस्पताल में लेके गए वो। उसके बाद भी तकरीबन हमें 10 दिन वहीं, मुझे 10 दिन वहाँ पे मुझे रखा है, 11 दिन भाभी को रखा है, क्योंकि मैं एक दिन बाद गई थी। जब मतलब कि इन कम फिर मुझे कहते कि तुम भी अपनी माँ के खिलाफ बयान दो कि भाई उसने मारा है। मैंने कहा मैंने तो ये बयान नहीं देने। कहता फिर अगर तुम ये बयान नहीं दोगे तो मैं तुम्हारी माँ पे वो जो पहले पाउडर के पर्चे उनमें और पर्चे डाल के तो मैं तुम्हारी माँ को दूसरे चक्कर में जेल भिजवा दूंगा, उसको इश्तारी करवा दूंगा, तो उसको गोली का ऑर्डर करवा दूंगा, वैसे ही वो लोग उसको मार देंगे जो भी इसको देखेगा। ये सब कुछ आबिद ने कहा? जी, आबिद ने कहा। मैंने ये भी बात, मैंने कहा मेरी माँ ने उसको नहीं मारा तो मैं क्यों बयान दूँ ये। तो उसके बाद फिर इसने जब ये भी देखा कि अब इस बात पे भी नहीं आई, फिर इसने दूसरी तरह टॉर्चर करना शुरू कर दिया। कहता कि मैं तुम्हारी शलवार में चूहे छोड़ दूंगा, ये कर दूंगा, वो कर दूंगा। फिर बाद में कहता कि मेरे साथ फिजिकल हो जाओ, तुम्हारी माँ को भी बेगुनाह कर दूंगा, तुम्हारे भाई को भी छोड़ दूंगा, सब मतलब कि तुम लोग के ये केस बंद कर दूंगा। फिलहाल तुम लोग का केस मेरे हाथ में है, मैं जो चाहूँ मैं वो कर सकता हूँ। कलम मेरे हाथ में, मैं तुम्हारी माँ को चाहूँ तो बेगुनाह कर दूँ, चाहूँ तो गुनाहगार लिख के तो सारी जिंदगी तुम्हारी माँ को जेल भिजवा दूँ। चूहे छोड़े थे फिर इसमें? नहीं, वैसे डराते थे, टॉर्चर करते थे वैसे। तो उन्होंने फिर कहते थे मेरे साथ गलत ताल्लुकात बनाओ। फिर जब भी आते थे कभी दुपट्टा खींचते थे, कभी गलत गलत जगह पे हाथ लगाते थे। तो जब मतलब कि मेरे साथ इस तरह की हरकतें करते तब भाभी को बाहर भेज देते थे, और जब मतलब कि भाभी के साथ करते तब मुझे बाहर भेज देते थे। और मतलब कि ये इसी दौरान होता था। हमारे पास 2 लेडीज़ कांस्टेबल की ड्यूटी लगी हुई थी ना, एक ताहिरा थी और एक लुबना थी, एक और भी थी, वो कभी कभार आती होती थी जब मतलब कि किसी की ड्यूटी ऑफ होती थी, फिर वो तब आती थी। और उनकी ये होती थी कि एक आती थी शाम को 9 बजे या 9-10 बजे आती थी और सुबह 6 बजे चली जाती थी, और एक सुबह तकरीबन 12 बजे आती थी और 5 बजे चली जाती थी। और 10 दिन बाद फिर क्यों आपको छोड़ा? 10 दिन बाद इसलिए छोड़ा, हमें एसपी के सामने पेश किया था, एसपी सिद्रा साहिबा के सामने। तो उन्होंने जब उनके सामने पेश करने लगे तो इन्होंने पहले मुझे कहा कि भैया आपने वहाँ पे किसी किस्म का जिक्र नहीं करना कि हमने आप लोग को मारा है या आप लोग को कोई भी बात की है। आपने यही कि अगर आपसे पाँव का पूछ भी ले मैडम साहिबा कि आपके पाँव पे स्वेलिंग की हो तो आप ये कह देना सीढ़ियों से गिर गई थी। ये बताया गया कि आपने तशद्दुद का नहीं बताना जी, और ये भी कहा गया कि 10 दिन जो हमें कमरे में बंद रखा वो भी नहीं बताना। उन्होंने ये तो बताया ही नहीं कि हमें उन्होंने कितने दिनों का पकड़ा, ये तो उन्होंने किसी किस्म का जिक्र ही नहीं किया तो वहाँ आप पे। लोगों ने एसपी के सामने जिक्र नहीं किया बिल्कुल भी? नहीं, हमें एसपी साहिबा ने बोलने का मौका ही नहीं दिया। उन्होंने भाई से क्वेश्चन किए और कज़न से किए, और उन्होंने पूछा कि ये लड़कियां कौन है। आबिद ने कहा कि ये एक उनकी बहू है और एक बेटी है। उन्होंने कहा आपने लड़कियों को क्यों पकड़ा, उनको रिलीज करें, उनको किस लिए आपने पकड़ा है। और जब उन्होंने इतनी बात की उसके बाद हमें रिलीज किया 11 दिन के बाद भाभी को, 10 दिन बाद मुझे, और रिलीज भी किया। तो इन्होंने मुझे हमारे बहनोई के हवाले किया, मुझे बहनोई भी जो साथ मुलव्वस थे बहनोई के हवाले किया। फिर तब इन्होंने बयान रिकॉर्ड करवाया कि भाई आपने ये बयान दे कि जब मोबाइल पे कि भाई कत्ल तुम लोग की अम्मी ने किया, तो जब हमें इस तफ्तीश के लिए जितनी दफ़ा बुलाएंगे हम आएंगे, और हमने ये बयान दिया है। फिर उसके बाद फाइल्स पे अंगूठे वगैरह लगवाएं कि जिस दिन इन्होंने हमें रिलीज़ किया है, इनसे कहें ना अगर हम झूठ बोले तो ये 10 दिन की फुटेज निकाल के दें। उस दौरान ये 5वें महीने की 26 तारीख के बाद की फुटेज फुटेज निकलवा के दें, और वो जो फाइल्स पे अंगूठे वगैरह लगवाएं वो भी निकाल के दें अगर हम झूठ बोल रहे हैं तो। बिल्कुल जी, सवालिया निशान है कि अगर थाना हंजरवाल में 10 दिन तक इन बच्चों को कमरों में बंद रखा गया है तो लाजमी सीसीटीवी कैमरे लगे हुए हैं, फुटेज निकलेगी, और अगर सबूत निकलते हैं तो मेरे ख्याल से फिर आबिद को सजा देनी चाहिए। अगर ये बच्चियां इल्ज़ाम लगा रही हैं तो फिर इनके खिलाफ भी कार्रवाई होनी चाहिए कि एक पंजाब पुलिस के अफसर पे इल्ज़ाम लगाया जा रहा है और वालिदा भी कह रही है कि मैं पंजाब पुलिस की मंशियात बेचती रही हूँ। इकरा कौन है? इकरा मेरी बहन है। इकरा तो कहती है मेरी बहन गलत है, मेरी माँ गलत है।
وہ اس لیے کہتی ہے کیونکہ اس کی امی کے ساتھ شروع سے نہیں بنتی اور نہ ہی میرے بہنوئی کی بنتی ہے. ایک بیٹی کیسے کہہ سکتی ہے میری ماں غلط ہے؟ بیٹی تو کہہ رہی ہے کہ میری ماں منشیات فروش ہے, میری ماں اب بھی بیچتی ہے. ابھی نہیں بیچ دی. آپ کی بیٹی تو آپ پہ الزام لگا رہی ہے. ਉਹਦਾ ਬਿਆਨ ਸੁਣੋ, ਉਹਨੇ ਅਭੀ ਦਾ ਨਹੀਂ ਨਾਂ ਲਿਆ. ਉਹਨੇ ਕਿਹਾ ਵੀ ਆਪਣੇ ਕਦੀ ਵੇਚਦੀ ਸੀ, ਇਸ ਟਾਈਮ ਨਹੀਂ ਵੇਚਦੀ. ਉਹਨੇ ਵੀ ਆਹ ਬਿਆਨ ਦਿੱਤਾ ਤੇ ਨਾਲੇ ਮੇਰੀ ਬੇਟੀ ਦਾ ਮੇਰਾ ਤੇ ਉਹਦਾ ਪਹਿਲੇ ਹੀ ਆਪਸ ਵਿੱਚ ਨਹੀਂ ਬਣਦੀ. ਮੇਰਾ ਜਵਾਈ ਨਾਲ ਮੇਰੀ ਹੋਈ ਤੇ ਮੇਰੇ ਜਵਾਈ ਦੀ आपकी ਮੁਖਾਲਫ बेटी का ही बयान आया है कि इकरा भी नशा करती थी. इकरा हीरोइन पीती है. ਕੌਣ? इकरा इकरा ने कहा है ना, इकरा ताड़ी ਜਿਹੜੀ ਕੁੜੀ ਹੈ ਨਾ ਇਕਰਾ, ਇਕਰਾ ਕਹਿੰਦੀ ਹੈ ਤੁਹਾਡੀ ਇਹ ਕੁੜੀ ਜਿਹੜੀ ਹੈਗੀ ਏ ਇਹ ਵੀ ਨਸ਼ਾ ਕਰਦੀ ਏ. ਨਹੀਂ ਨਹੀਂ ਨਸ਼ਾ ਕਰਦੀ ਉਹ ਏ. ਕਹਿੰਦੀ ਉਹ ਡ੍ਰਿਪ ਵਾਲਾ ਸਾਰੀ ਕਹਾਣੀ ਹੈਗੀ ਏ. ਇਹਨੇ ਹੀਰੋਇਨ ਪੀ ਲਈ ਸੀ, ਉਹ ਚੜ ਗਿਆ ਸੀ ਨਸ਼ਾ ਨੂੰ. ਨਹੀਂ ਨਹੀਂ ਨਹੀਂ, ਐਸੀ ਗੱਲ ਕੋਈ ਵੀ ਨਹੀਂ, ਝੂਠ ਬੋਲਦੀ ਏ. अगर ऐसी बात है तो टेस्ट अब किस चीज़ का नहीं होता, मेडिकल टेस्ट होते हैं, हर चीज़ के होते हैं, तो वो करवा ले. अगर उसमें लगता है कि मैं नशा करती हूँ तो फिर जो आप कहें मैं वो मानती हूँ. शहजाद कौन है? शहजाद भाई है मेरा. शहजाद भाई है. शहजाद भी आपके खिलाफ बयान दे रहे हैं क्योंकि वो जब भी हमने ये बुशरा आप ही को मतलब कि सोशल मीडिया पे बयान दिए ना, तो उसके दूसरे दिन भाई को फिर उठा के ले गए, क्योंकि उसकी तो इंक्वायरी लगी हुई थी ना उसके पास, मकसूद गुज्जर के पास, तो वो तो उस केस से फ्री है इस केस से. तो इन्होंने जब ये मैंने बयान वगैरह दिए कि आबिद के खिलाफ दिए कि इन्होंने हमारे साथ ये किया, मतलब कि जब हमने अपने हक के लिए आवाज़ उठाई है तो तब भाई को उठा के ले गए हैं कि भाई आप अपने बयान वापस लो. बयान वापस लो. आप मीडिया पे आने से पहले आपने किसी भी बड़े अफसरान के साथ रब्ता किया या उनको कोई एप्लीकेशन दी कि आबिद ने ये हरकतें की हैं? नहीं. क्यों नहीं की दी आपने एप्लीकेशन? हमें इतना आइडिया ही नहीं है. अभी तक नहीं दी आपने कोई एप्लीकेशन? नहीं दी. नहीं. आप लोग को एप्लीकेशन देनी चाहिए हमारे आला अफसरान को. अगर एसपी ने आपका पहले साथ दिया, बकौल आपके ही ना, जी. आपने बताया ना जी कि एसपी सिदरा थी, जी गालबन एसपी सिदरा ने जी जी थानेदार को उसी वक्त कहा कि खवातीन को क्यों, बच्चियों को क्यों उठाया गया है, जी इनको उसी वक्त रिलीज करो, आप लोगों को छोड़ा गया ना. जी जी. तो जो आप लोगों के साथ हरकतें की थी आपने क्यों नहीं एसपी साहब को बयान दिया? क्योंकि उन्होंने पहले कहा था कि आप लोगों ने किसी किस्म की कोई बात नहीं करनी, नहीं तो हम आपके भाई को फिर मारेंगे, क्योंकि उस पे FIR थी ना भाई पे, तो उसका हमें डर था. इस वजह से ना भाभी ने कोई बात की, ना ही मैंने की है. क्या नाम है आपका? समरा. समरा. जी समरा, आपको भी उस दिन उठाया था जिस दिन आपके खामद को दोनों मियाँ बीवी को उठा के लेके गए थे? जी. तो वालिदा कहाँ पे गई थी आप लोगों की? वालदा तब चली गई थी. हमें कहा था इन्होंने भी आप लोग भाग जाएं, तो वो हम नहीं गए. किसने आपको भागने के लिए कहा था? अम्मी ने कहा था. अम्मी ने कहा था? जी. जमीला बीबी ने? जी भी मैं सब कुछ देख लूंगी, तो लेकिन हमने कहा हम ऐसे नहीं जा सकते. तो जब आप लोगों ने शुमाइला को मारा ही नहीं था बकौल आप लोगों जी, के, तो हमने जमीला ने नहीं मारा था, हम डर नहीं रहे तो थे. फिर जमीला क्यों भागी थी? वो उनके पहले पर्चे थे ना, इसीलिए. वो पर्चों की वजह से भागी थी? जी मंशियात वगैरह बेचने की जी, वजह से. जी. अच्छा, आपको थाने लेके गए, जी. आप पर भी तशद्दुद किया गया? हाँ जी. मुझ किसने पे मारा आपको? पहले मुझे आबिद साहब ने मारा था, फिर तायरा जो नाम की लेडी कांस्टेबल थी ना, उन्होंने मारा था. मारने की वजह? यही कि तुम बयान दो, भी इन्होंने सब कुछ किया है, तुम्हारी सास ने जो किया है. तो मैं कहा जब उन्होंने किए ही नहीं तो मैं ऐसे बयान क्यों दूं. तो उन्होंने कहा फिर हम ऐसे तुम्हारे शोहर को मारेंगे, ये करेंगे, तो इसलिए. तो आपने तो बयान दिया हुआ है. जी मैंने आपने तो ये बयान दिया हुआ है कि जी, जमीला बीबी ने बोतल में जहर मिलाया जी उन्होंने और मुझे मार मार शुमाइला को पिलाया. उन्होंने मुझे मार मार के फिर दिलवाया था बयान. मेरा एक कज़न था, वो भी हमारी तरफ आया हुआ था ना, तो उसको भी लेके गए, उससे भी ये बयान दिलवाया, भाई से भी और भाभी से भी. इस वक्त सारे आपके खिलाफ है रिश्तेदार, तो आपके अपने सगे बहन भाई आप लोगों के खिलाफ हैं? जी इस वक्त ज़्यादातर मेरा जो बहनोई है ना वो हमारे खिलाफ है, और उन्होंने 2-4 तकरीबन 5-6 दिन हो गए हैं भाई का ना. उसके खिलाफ होने की वजह क्या है? उसके खिलाफ होने की वजह ये है कि मतलब कि उसने अपनी पसंद से शादी की है ना, तो अम्मी शुरू से मतलब कि उसको इतना नहीं करती उसके साथ, तो फिर भी उन्होंने तो ना. अम्मी को क्या मसला था पसंद की शादी से? उसने भाग के की है. अम्मी तो आपके कोठा खाना चलाती रही है जी. अम्मी आपकी मंशियात बेचती रही है. अब 5 पर्चियां तकरीबन अम्मी पे, तो अम्मी की इस बात से तो मेरे ख्याल से नाराजगी नहीं होनी चाहिए. बस वो कुछ मामला थे, क्योंकि अम्मी कहती थी ना, जिसके साथ मेरा बहनोई ना, उसको कहती थी कि आप जगह लो, मेरी बेटी के नाम लगवाओ, तो फिर मैं उसकी शादी करूँगी. कल को मेरी बेटी जलील ना हो, मतलब कि उसके फ़ायदे के लिए सोचा, लेकिन उसने मतलब कि उन्होंने ये बात नहीं मानी. उन्होंने उल्टा कहा कि अभी अम्मी हमारी शादी के ख़िलाफ़ हैं, जिसकी वजह से उनकी मतलब कि अम्मी के साथ शुरू से ही नहीं बनती. तो उसके बावजूद भी मेरी अम्मी ने तकरीबन ये जब मसला होने से पहले उन अम्मी ने गिरवी घर लेके दिया हुआ था उनको, उसकी 5 बेटियां इकरा की, उसको घर लेके दिया हुआ था. तो फिर उस घर का भी थोड़ा सा मसला आ रहा था, जिसकी वजह से अम्मी ने कहा आप लोग बैठे रहो, आप लोगों ने नहीं जाना.
تو میرے بہنوئی نے وہ بھی گھر جو تھا گروی پہ اس کا بھی 5 لاکھ لے کے کھا لیا. کچھ اس وجہ سے امی کے ساتھ اس کی نہیں بنتی تھی. امی گالیاں وغیرہ نکالی کہ بھی تم نے میرا وہ 5 لاکھ کیوں کھایا ہے. اس وجہ سے امی اس کے ساتھ لڑیں. تو کچھ ہماری بھی ان دنوں میں لڑائی ہوئی تو میں بھی لڑ کے اس کے پاس چلی گئی تھی. پھر جب یہ مسئلہ ہوا ہے تو تب مجھے پتہ چلا, دوسرے دن میں آئی ہوں تو پھر یہ واقعہ ہوا. اس کے بعد اب ان کا یہ کہ انہوں نے جب یہ مطلب کہ ہوا تو عابد نے کہا کہ بھئی, جب عابد نے دیکھ لیا کبھی ان چکروں میں بھی نہیں آ رہی, پھر عابد نے اس کو بہنوئی میرے کو کہا کہ بھئی جگہ بیچو اور مجھے پیسے دو. بہنوئی میرا پہلے ہی ایسا ہے, مطلب کہ پیسے وہ پہلے ہی کہتا ہے جدھر پیسہ ہو ادھر وہ ہو. تو اس نے پھر اس کے ساتھ مل کے جگہ بیچی ہے. جو جگہ کس کی تھی؟ جگہ امی کے نام تھی. امی کے نام تھی. کس جی. جگہ؟ وہ ادھر ٹھوکر نیاز بیگ پہ. کتنی جگہ تھی؟ 1.5 مرلہ. 1.5 مرلہ. جی. وہ بک گئی ہے؟ بک گئی, لیکن اب وہ انہوں نے مطلب کہ میرے بھائی سے یہ بیان دلوایا کہ ہم نے کوئی جگہ نہیں بیچی, کوئی ایسی کام نہیں کیا, جبکہ ہمیں یہ بھی پتہ ہے جگہ کس کو بیچی. اب ان کو انہوں نے کچھ کہا وہ ہمیں نہیں پتا. آپ کے بھائی کو کتنے دن ہو گیا اٹھا کے لے کے گئے ہیں؟ ہمارے بھائی کو تقریباً آج 5 ہفتے والے دن لے کے گئے ہیں. اس سے پہلے تو چھوڑ دیا گیا تھا نا؟ اس سے پہلے اسے بے گناہ وہ فری ہے, اس کیس سے وہ فری ہے, بری ہو گیا تھا. جی فری ہے. اس کے بعد دوبارہ اٹھا کے لے کے گئے ہیں. اس کے بعد یہ جب میں نے سوشل میڈیا پہ بیان وغیرہ دیے ہیں نا, اپنے حق کے لیے آواز اٹھائی ہے, تب سے وہ پھر کہہ رہے ہیں کہ بھئی اپنے بیان واپس لیں. میرے بہنوئی کہتے ہیں. جی. تو وائس ہے میرے پاس, تو میں وائس آپ کو دے دوں گی, جس میں میرے بہنوئی نے یہ بات کی ہے کہ امی کو کہا ہے کہ ہم ایک ٹیبل ٹاک کرتے ہیں تو اس میں آپ یہ بیان دو کہ ہماری لڑکی کا ذہنی توازن ٹھیک نہیں ہے, تو یہ ویسی پاگل ہے. تو آپ نے جی میری بات کی گئی ہے کہ اس کا ذہنی توازن ٹھیک نہیں, تو ہم نے جو بھی اس نے بیان دیے نا اس نے پریشر میں اور مطلب کہ پاگل پن میں دیے, تو ہم اس کی معذرت کرتے, تو ہماری کسی کے ساتھ لہٰذا کوئی دشمنی نہیں. تو شہزاد اقرا کے جو بیانات ہیں اس وقت, جی. وہ تو آپ لوگوں پہ بہت بہت بڑے الزام لگا رہے ہیں. جی یہی تو بات ہے نا, جس دن سے اس کو مطلب کہ اس کے حوالے کیا اس دن سے وہ ہماری طرف آیا ہی نہیں ہے. کسٹڈی میں نہیں ہے نا؟ نہیں. اقرا تو پھر بھی بیان دے رہی ہے. تو وہ اپنے شوہر کے ساتھ ہے نا, انہوں نے مطلب کہ امی کی جگہ بیچ کے انہوں نے 2.5 مرلے اپنی جگہ بنائی ہے, تو ظاہر سی بات ہے وہ تو امی کے خلاف دے گی نا بیان, کیونکہ امی اس کو پتا ہے کہ امی نے ہر صورت میں اپنی جگہ لے لینی ہے. وہ ابھی بھی امی کے نام پہ, لیکن جن کو انہوں نے جگہ بیچی ان کو بھی انہوں نے دھوکے میں پھنسایا ہے. ہم اپنے ہمیں انصاف چاہیے. کس چیز کا انصاف مانگ رہے ہیں؟ یہ جو ہمارے ساتھ ہوا ہے. ٹھیک ہے میرے بھائی کی غلطی ہو, پہلی بات تو مطلب کہ میرے بھائی کی بھی غلطی نہیں, نہ ہی میری امی نے مارا اس کو. باقی ماضی میں جو میری امی کی غلطیاں اس کی سزا ہمیں کیوں مل رہی ہے؟ بھائی کون سے کی بات کر رہے ہو آپ لوگ؟ کون سے بھائی کی بات کر رہے ہیں؟ بھائی جو میرا ہے اس کی بھی کوئی غلطی نہیں, اس کو بھی پہلے 3 ماہ رکھا ہے انہوں نے تھانے میں, اس کے بعد پھر اب اس کو چھوڑا تو اب اسے پھر اٹھا کے لے گئے اس بات پہ کہ اپنے بیان واپس لیں تو ہم اسے چھوڑ دیں گے, کیونکہ وہ تو اس کیس سے فری تھا. وہ ڈی ایس پی کے پاس تقریباً 3 مہینے وہ اس کی انکوائری لگتی رہی, ادھر سے فری ہو گیا. وہ والدہ آپ کی پیش ہوئی؟ میری والدہ جی مقصود گجر کے پاس یہ 15 تاریخ کو پیش ہوئی ہیں پیش. جی. اس میں اپنے انہوں نے بیانات ریکارڈ کروائے ہیں؟ جی کروائے. بتایا کہ شمائلہ کو میں نے نہیں مارا؟ جی. تو اتنی دیر کیوں نہیں سامنے آئی؟ یہ وہ کہتی ہیں کہ ان کو جب مطلب کہ یہ مسئلہ ہوا ہے تو وہ لڑکیاں آئی تھیں گھر سے, کچھ ان کے پہلے پرچے تھے جن کی وجہ سے وہ ڈر کے آ گئی ہیں, اور کچھ مطلب کہ وہ گھر اس ٹائم جب یہ ہوا ہے تب ویسے افراتفری میں ان سے بھی لڑ پڑی ہیں کہ آپ لوگ چلے جب میں دیکھ لیتی ہوں. انہوں نے بھی نہیں سنی, کیونکہ وہ کہہ رہی تھی کہ بچے ہیں تم لوگ چلے جاؤ, تم لوگ کو کسی نے کیا کہنا ہے, تم لوگ سائڈ پہ ہو جاؤ, تو میں فیس کر لوں گی جو ہوگا. تو یہ اٹھے نہیں, تو پھر امی لڑکے خود سائڈ پہ ہو گئی. امی پہلے پرچے تھے, امی اس وجہ ڈر سے بھی سائڈ پہ ہو گئی. شمائلہ کی آپ نے بات کی کہ شمائلہ کو آپ کی والدہ نے بہن بنایا ہوا تھا. جی. پہلے شمائلہ کو کوئی نہیں رکھتا تھا, اس کے اپنے بہن بھائی اسے نہیں سمجھتے تھے, اب بہن بھائی اس کے کیوں میدان میں آ گیا, کیوں آپ لوگوں پہ ایف آئی آر دے رہے ہیں؟ پہلے انہوں نے کبھی اس کو پانی نہیں پوچھا, جو اب کہہ رہے ہیں کہ بھائی ہماری بہن ہے تو یہ ہماری فلان ہے, یہ ہے وہ ہے, انہوں نے مارا تو انہوں نے مارا ہے. ان سے یہ جو ہے ان سے یہ پہلے بلا کے پوچھے نا, جب یہ 3-4 دفعہ اس کا مسکیریج ہوا ہے تب یہ بھائی کہاں تھے؟ جب وہ آئس پیتی تھی, نشے وغیرہ کرتی تھی, اس کا میدا ووش ہوا تھا, تب یہ بھائی کہاں تھے؟ اب وہ اللہ کو پیاری ہوگی تب ان کو اپنی بہن یاد آ گئی. آپ کی بھابھی کے بارے میں بھی ایک الزام کہ آپ کی بھابھی نے بھی الزام لگایا کہ جی عابد نے غالباً اسے مارا ہے مبینہ طور پہ, اور مارنے کے بعد اس کا حمل بھی ضائع ہوا ہے. جی. یہ بھی جھوٹ ہے؟ نہیں یہ سچ ہے. شہزاد میاں ہے نا جی, آپ کا بھائی ہے نا جی, وہ تو کہہ رہا ہے یہ بھی جھوٹ ہے. تو اس کو پریشرائز کر کے اس سے یہ سارے بیان دلوائے جانے. جس دن سے وہ اس کو انہوں نے اس کی کسٹڈی میں کیا, وہ اس دن سے ہماری طرف آیا ہی نہیں ہے. ہم جب بھی اسے کہتے ہیں شہزاد کو بھجوا دیں, کبھی وہ کہتے داتا صاحب آ رہا ہے آپ ادھر سے لے لیں. کہ مس کیریج ہوا ہے کون سے ہاسپٹل میں, کوئی رسید وغیرہ آپ لوگوں کے پاس ہوگی؟
नहीं, हमें नहीं पता क्योंकि हॉस्पिटल वही लेके गए हैं। तो आपको इतना भी नहीं पता कि किस हॉस्पिटल लेके गए हैं? मैं बेहोश थी, मुझे नहीं पता। जब होश में आई तब हॉस्पिटल नहीं थी आप? नहीं। माइक उसके आगे कर दे। तब कहाँ पे थी आप? तब मैं उधर थाने में ही थी। ऐसा कैसे हो सकता है बेहोशी की हालत में आपको लेके गए, बेहोशी की हालत में वापस ले आए? जी मैं बेहोश थी तब जब मुझे लेके गए, और जब मैं वापस आई हूँ तो ये मेरे पास थी, मैं बेहोश थी, मुझे नहीं पता कौन से हॉस्पिटल में लेकर गए। की नज़र में हम गलत है तो आप हमें प्रोमोट करें, अगर वो गलत है तो उनको कड़ी से कड़ी सजा दें। मैं ये नहीं कहती कि भाई हम हर बात पे मतलब कि उनके साथ जो भी है, अगर आपकी नज़र में हम गलत है तो आप हमें कहें कि भाई हम यहाँ गलत हैं। हम गलत नहीं, हम हर जगह पे कहेंगे, मैं हर जगह पे ये कसम उठाऊंगी कि मेरे साथ ये गलत हुआ है। मैं कलमे की कसम खा के कहती हूँ कि आपने मेरे साथ इस तरह के सवाल किए, इस तरह की बातें की हैं। बिल्कुल ऐसे ही है जी। बच्ची साफ अल्फाज में बता रही है कि अगर हम लोग कहीं पे गलत नजर आते हैं तो हमें उसकी सजा दी जाए, लेकिन अगर हमारे साथ ज्यादती की गई है थाने में, हमें 10 दिन तक जरगमाल बना के रखा गया थाने में, हम पर तशद्दुद किया गया है, तो उन पुलिस एहलकारों के खिलाफ भी कार्रवाई होनी चाहिए जिन्होंने हमारे साथ ये सलूक किया है। ये नहीं कि अब माँ पे इल्जाम है तो आप लोग बच्चियां उठा के ले गए हैं। माँ की तफ्तीश करें, कानूनी तौर पे जो उसकी सजा मिलती है उसको दे, अगर वो साबित होता है तो, लेकिन अगर वो भी साबित नहीं होता तो सजा उसकी भी नहीं बनती। बाकी आप बार बार एक चीज शो करवा रहे हैं कि ये 5 साल तक मंशियात बेचती रही, 5 साल इसे गिरफ्तार किया गया और 5 साल तक फिर वो सामने हकाइक भी ले गए। 5 साल तक मैं अपनी मंशियात नहीं बेचती थी, 5 साल तक अगर मैं बेचती रही तो पुलिस वालों की बेचती रही हूँ और मुझे कोई खलाई मखलूक नहीं दे के जाती थी। पंजाब पुलिस पे एक इल्जाम लगा है और मेरे ख्याल से कि इसकी तफ्तीश होनी चाहिए और उन पुलिस अफसरान को लाजमी सजा देनी चाहिए कि जिन्होंने ये गंदा खेल खेला है। इन बच्चियों की जिंदगी भी बर्बाद की, इन बच्चियों को मारा गया। वो बच्ची जो है उसका बकौल उसके वो बता रही है उसका हमल जाया किया गया है और वो कसम उठाने को तैयार है कि बच्चा जाया किया गया है। यानी अगर उस पे कत्ल का इल्जाम है तो आप लोगों ने एक बच्चा कत्ल कर दिया है और वो बच्चा किसी और ने कत्ल नहीं किया, पंजाब पुलिस के एहलकारों ने कत्ल किया है। पंजाब पुलिस कहती है जी कि 2023 तक आप जो है मंशियात बेचती रही हैं, क्योंकि आप पे जो आखिरी पर्चा हुआ है ना 2023 में हुआ है। भाई मैनू 5-6 साल हो गए ने, मैं मानी कुरानी मैं त्याग देनी आ, मैं भाई नहीं बेचती। नहीं बेच रही हैं आप? नहीं। तो ये जो पर्चे आखिर में हुए हैं 2023 में, 2022 में, ओ भाई मैनू नहीं पता किवें होए ने किवें नहीं होए। आप नहीं बेच रही? नहीं बेच रही? नहीं। और किस वजह से नहीं बेच रही? मैं मानी कुरानी क्या भी मैं नहीं बेचना, मैं आदी मर्जी तू क्या मैं नहीं बेचना, मैं पुलिस वालियां दा बेचदी सी, मैं उन्हां नूं भी क्या मैं नहीं बेचना। नहीं मैं बेच। सर्कल कैसे चल रहा है? मैं आदे बेटे नूं दुकान पा के दित्ती सी ते इस वजह तो मेरा सर्कस चलदा पिया सी। दुकान से अब घर का सर्कल चल रहा है? हाँ जी। थोड़ा खा लिया, कम खा लिया, लेकिन ਇਹ ਕੰਮ ਨਹੀਂ ਕਰਦੇ। मैं अल्लाह तू माफी मंग लई सी, सीडी दा ते उदों ना निशान भी नहीं सी, कुछ भी नहीं सी। अल्लाह तू डर तू अपनी मर्जी तू छड्ड दिता, मैं क्या नहीं करना हाँ, और अब तक नहीं कर रहे? नहीं किता। बिल्कुल जी। पहली बात हो चुकी है कि उस खतून पे जो इल्जाम लगा वो कह रही है कि मैंने उस बच्ची को शुमाइला को बेटी की तरह बना के रखा था और बेटी बना के रखा हुआ था। मैं अपनी बच्चियों से उतना प्यार नहीं करती थी जितना मैं शुमाइला से करती थी, बकौल इसके। और मेरी तफ्तीश की जाए और अगर मैं उसमें साफ शफाफ निकलती हूँ तो जितने भी इल्जाम मुझ पे लगाए जा रहे हैं वो तमाम के तमाम झूठे हैं। और पिछले 5 साल से जो हैं मैं बिल्कुल नशा नहीं बेच रही। मैं अपनी बेटियों की कसम भी खाती हूँ, बच्ची के सर पे हाथ रखें और कसम खा के कि पिछले 5 साल से आप नशा नहीं बेच रही। मैं पिछले 5 साल तो मैं नहीं बेचदी, मैं मानी कुरानी आनी। आपने अपनी बेटी की कसम? हाँ मानी कुरानी आनी, नहीं बेचदी। और आप बेचेगी भी नहीं आगे? नहीं। मैं लास्ट ते अपने जेल विचों कह के आई सी जदों मेरी रोब घर आई सी। और आपको पता है कि मैं क्या भी मैं सजाएं कितनी सख्त हो गई हैं, अब माफी नहीं है अब इसकी भी। मैं कभी भी नहीं बेचांगी, बिल्कुल मानी कुरानी कमांगी भी मैं नहीं। ये खतून ने कसम भी खाई है और कह भी रही है कि मैं आइंदा के बाद नहीं बेचूंगी, ना मैं बेच रही हूँ। लेकिन इन बच्चियों के साथ जो जुल्म ढाया गया यकीनन उसकी तफ्तीश होनी चाहिए और उन अफसरान को लाजमी सजा मिलनी चाहिए अगर वो उसमें मुबैना तौर पे मुलव्वस पाए जाते हैं जो इन्होंने इल्जामात लगाए हैं। इसी के साथ अपने मेज़बान तलहा नवीद को दीजिए इजाजत, फिर मिलेंगे एक नए प्रोग्राम के साथ। अल्लाह हाफिज।